एक क्लीननैस है, एक इहो जी क्लीननैस है, एक इहो जिहा कदम है जिहदे उत्ते इन्ना पैसा खर्च किया गया होवे। ये सारा कुछ है जिहड़ा 2024 ਨੂੰ ਮੱਦੇ ਨਜ਼ਰ ਰੱਖ ਕੇ ਆਪਣਾ ਪੈਸਾ ਜਿਹੜਾ ਜਿੱਥੋਂ ਇਹਨਾਂ ਨੇ ਪੈਸਾ ਕਲੈਕਟ ਕਰਨਾ 2024 ਦੇ ਲਈ ਉਹ ਸਾਰਾ ਇੱਕ ਜਗ੍ਹਾ ਤੇ ਕਲੈਕਟ ਕਰਕੇ ਇਕੱਠਾ ਕਰ ਲਿਆ ਜਾਏਗਾ। ਹੋਰ ਕੁਝ ਵੀ ਨਹੀਂ ਲੱਗਦਾ। ਦੇਸ਼ ਦੇ ਲੋਕਾਂ ਨੂੰ ਸਿਰਫ ਇੱਕ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਨੇ, ਹੋਰ ਇਹ 'ਚ ਕੁਝ ਵੀ ਨਹੀਂ ਹੈ। ਓਪੋਜੀਸ਼ਨ ਪਾਰਟੀਆਂ ਅਨਸੈਸਰਲੀ ਨਾ ਕੰਟਰੀ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀਆਂ ਪਈਆਂ ਕਿ ਜਿਹੜਾ 2000 ਦਾ ਨੋਟ ਬੰਦ ਹੋ ਗਿਆ ਤੇ ਪਤਾ ਨਹੀਂ ਕਿੱਡਾ ਵੱਡਾ ਤੂਫਾਨ ਦੇਸ਼ ਦੇ ਵਿੱਚ ਆਉਣ ਵਾਲਾ। ਔਰ ਜੇ ਇਹ ਨੋਟ ਬੰਦ ਵੀ ਹੋ ਜਾਣਗੇ ਨਾ, ਇਹਦਾ ਸੋਸਾਇਟੀ ਤੇ ਬਿਜ਼ਨਸ ਤੇ ਕੋਈ ਵੀ ਇਫੈਕਟ ਨਹੀਂ ਆਉਣ ਵਾਲਾ ਹੈਗਾ। ਜਦੋਂ ਕੋਈ ਫਰਕ ਹੀ ਨਹੀਂ ਪੈਣਾ, ਇਹ ਆਪਰੇਸ਼ਨ ਸ਼ੁਰੂ ਕਿਉਂ ਕੀਤਾ ਗਿਆ? ਮਤਲਬ ਕਾਦੀ ਸਫਾਈ ਕਰਨੀ ਹੈ? ਅੱਜ 2000 ਦਾ ਨੋਟ ਲੀਗਲ ਟੈਂਡਰ ਗਵਰਨਮੈਂਟ ਨੇ ਬੰਦ ਨਹੀਂ ਕੀਤਾ। ਸੈਪਟੈਂਬਰ 30 ਸੈਪਟੈਂਬਰ ਤੱਕ ਇਹ ਲੀਗਲ ਟੈਂਡਰ ਹੈ। ਲੋਕੀ ਇਹਨੂੰ ਆਪਣੇ ਵਪਾਰ ਦੇ ਵਿੱਚ ਸਭ ਜਗ੍ਹਾ ਯੂਜ਼ ਕਰ ਸਕਦੇ। ਪਰ ਤੁਸੀਂ ਲੱਗਦਾ ਤੁਹਾਨੂੰ ਯਕੀਨ ਹੈ ਲੋਕਾਂ ਦੇ ਵਿੱਚ ਇਹ ਨੋਟ ਦਾ ਆਦਾਨ ਪ੍ਰਦਾਨ ਹੋਏਗਾ, ਕੋਈ ਲਏਗਾ? ਮੈਂ ਖੁਦ ਆਪ ਪੈਟਰੋਲ ਪੰਪ ਤੇ ਗਿਆ ਤੇ ਉੱਥੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਕਪੂਰ ਸਾਹਿਬ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ। ਇਹ ਜਿਹੜੇ ਡਾਕਟਰ ਸਾਹਿਬ ਬੈਠੇ ਨੇ, ਜਿਹੜੇ ਆ ਸ਼ਾਸਤਰੀ ਮਾਹਰ ਤੁਸੀਂ ਬਿਠਾਏ ਨੇ, ਇਹ ਵੀ ਕਿਤਾਬਾਂ ਵਾਹਵਾ ਪੜ੍ਹ ਕੇ ਆਏ ਲੱਗਦੇ ਨੇ। ਅਸਲੋਂ ਅੰਦਰੋਂ ਅਸਲੀਅਤ ਇਹਨਾਂ ਨੂੰ ਵੀ ਪਤਾ ਹੈ ਕਿ ਇਹ ਸਿਰਫ ਇਸ ਦੇਸ਼ ਦੀ ਇਕਨੋਮੀ ਨਾਲ ਐਕਸਪੈਰੀਮੈਂਟ ਹੋ ਰਹੇ ਨੇ। ਇਹ ਕਰਨੇ ਪੈਣੇ ਸੀ ਬੰਦ, ਇਹ ਕਿਉਂਕਿ ਇੱਕ ਬਹੁਤ ਵੱਡੀ ਨਲਾਇਕੀ ਜਿਸ ਵੇਲੇ ਨੋਟਬੰਦੀ ਕੀਤੀ ਗਈ ਸੀ, ਉਸ ਵੇਲੇ 2000 ਦਾ ਨੋਟ ਜਾਰੀ ਕਰਨਾ ਇੱਕ ਬਹੁਤ ਵੱਡੀ ਨਲਾਇਕੀ ਸੀ। ਤੁਹਾਨੂੰ ਯਾਦ ਹੋਣਾ ਕਿ ATM ਮਸ਼ੀਨਾਂ ਜਿਹੜੀਆਂ ਉਹ ਵੀ ਉਹ ਨੋਟ ਨਹੀਂ ਚੱਕਦੀਆਂ ਸੀ ਤੇ ਇਹਨਾਂ ਨੂੰ ਫਿਰ ਮਜਬੂਰਨ ATM ਮਸ਼ੀਨਾਂ ਦੇ ਨਾਪ ਲੈਂਦੇ ਫਿਰਦੇ ਸੀ ਕਿ ਨੋਟ ਦੇ ਨਾਪ ਦੀਆਂ ਟਰੇਆਂ ਬਣਾਈਆਂ ਜਾਣ। ਇਹ ਪਹਿਲਾਂ ਵਾਲੀ ਕੀਤੀਆਂ ਗਲਤੀਆਂ ਦੇ ਉੱਤੇ ਪਰਦਾ ਪਾਉਣ ਲਈ ਇੱਕ ਹੋਰ ਗਲਤੀ ਕੀਤੀ ਜਾ ਰਹੀ है। आप मेरे को ये बताइए, जो करेंसी हमारी इंडिया में छपती थी वो कौन सी कंपनी द्वारा छपती थी? सवाल का जवाब ਜਿਹੜਾ ਹੁੰਦਾ ਨਾ, ਸਵਾਲ ਨਹੀਂ ਹੁੰਦਾ ਅਰਥ ਸ਼ਾਸਤਰੀ ਸਾਹਿਬ, ਸਵਾਲ ਦਾ मैं ਜਵਾਬ। तो एक सिंपल आंसर पूछ रहा हूँ जी, कंपनी कौन सी थी? आपका जवाब नहीं है। ਮੈਨੂੰ ਤੁਸੀਂ ਇਹ ਜਵਾਬ ਦਿਓ। क्योंकि कंपनी आपको पता ही नहीं है। मैं आपको आंसर दे रहा हूँ। ਇਸ ਦੇਸ਼ ਨੂੰ ਫਾਇਦਾ ਕੀ ਹੋਇਆ? ਕਿਹੜੀ ਕੰਪਨੀ ਤੋਂ ਛਪਦਾ ਸੀ, ਕਿਹੜੀ ਕੰਪਨੀ ਦਾ ਕਾਗਜ਼ ਆਉਂਦਾ ਸੀ, ਕਿਹੜੀ ਕੰਪਨੀ ਦੀ ਸਿਆਹੀ ਆਉਂਦੀ ਸੀ? ਇਹਨਾਂ ਬੋਲਣ ਸੇ ਕੋਈ ਫਾਇਦਾ ਨਹੀਂ ਹੋਏਗਾ। ਮੈਂ ਆਪਕੋ ਆंसर दे रहा हूँ। ਦੇਸ਼ ਦੇ ਨਾਗਰਿਕਾਂ ਨੂੰ ਇਹ ਚਾਹੀਦਾ ਹੈ, ਤੁਸੀਂ ਦੱਸੋ ਨੋਟਬੰਦੀ ਨਾਲ ਫਾਇਦਾ ਕੀ ਹੋਇਆ? ਲੋਕਾਂ ਦੇ ਕਾਰੋਬਾਰ ਖਤਮ ਹੋ ਗਏ, ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਲੋਕਾਂ ਦੇ ਜਿਹੜੇ ਆ ਜੀਵਨ स्तर ਦੇ ਵਿੱਚ गिरावट आई। आप मेरे को बोलने का मौका देंगे तो मैं आपको आंसर दे पाऊंगा। तो 2014 के बाद या 2016 के बाद आप कह रहे हैं महंगाई बढ़ी, मेरे को आप रियल इंटरेस्टेड और रियल GDP ग्रोथ रेट बताइए, आपको महंगाई का आंसर मिल जाएगा। कि अज पेट्रोल डीजल की कीमत 2014 के मुकाबले डबल है। ये खाण वाले तेल उदों नालों 3 गुना महंगे ने। सुन लो, हुण तुसीं जे पुछिया तो जवाब ले लो ना। अज नैचुरल गैस जेहड़ी आप महंगाई का दर बताइए, आप महंगाई का दर बताइए, महंगाई के दर में आप महंगाई का दर बताइए, महंगाई के दर को देखा जाए। मैंने जवाब दे लेने दो, या तो पूछा तो फिर पूछ लो। आपका जवाब गलत है। आप पेट्रोल डीजल पे जा रहे हैं, आपके घर में पेट्रोल डीजल आपकी आमदनी में कितना परसेंटेज लगता है? किधर को दुनिया जा रही है? आपको डाटा नहीं पता जी। हमारा कंज्यूमर प्राइस इंडेक्स 12% से 6% पे आ गया है, यानी आप कह रहे 2 से 3 गुना हो गया। मैं कह रहा हूं आधी हो गई। अंकड़े ने, अंकड़ियां ਦੀ ਖੇਡ 'ਚ ਮੈਂ ਨਹੀਂ ਜਾਂਦਾ। ਮੈਂ ਤਾਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ। ਉਹ ਕਹਿੰਦੇ ਨਾ ਸੁੱਤੇ ਨੂੰ ਕੋਈ ਜਗਾ ਸਕਦਾ, ਜਿਹੜਾ ਮਚਲਾ ਹੋ ਕੇ ਪਿਆ ਹੋਵੇ ਉਹਨੂੰ ਜਿੰਨੇ ਮਰਜ਼ੀ ਭਾਵੇਂ ਖੁੱਡੇ ਮਰੀ ਜਾਓ, ਉਹਨੇ ਨਹੀਂ ਜਾਗਣਾ। ਤੁਸੀਂ ਤਾਂ ਉਹ ਕੰਮ ਕਰ ਰਹੇ ਹੋ, ਤੁਸੀਂ ਕਰੀ ਜਾਓ। अगर आपको गालियां देनी, आप डिबेट ना करें। ਤੁਸੀਂ ਵੀ ਇਹ ਗੱਲ ਦੱਸੀ, ਕਪੂਰ ਸਾਹਿਬ ਨੇ ਵੀ ਇਹ ਗੱਲ ਦੱਸੀ, ਪੰਜਾਬ ਭਾਜਪਾ ਦੇ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਦੱਸੀ ਕਿ 10% ਸਿਰਫ ਸਾਡੀ ਟੋਟਲ ਕਰੰਸੀ ਦੇ 10% ਨੋਟ ਨੇ 2000 ਰੁਪਏ ਦੇ, ਜਿਹੜੇ ਕਿ ਇਸ ਵੇਲੇ ਸਰਕੂਲੇਸ਼ਨ ਦੇ ਵਿੱਚ। ਉਹਦੇ ਵਿੱਚੋਂ ਮੈਂ ਕਿਹਾ ਜੀ ਆਪਾਂ ਜੇ ਇਹ ਗੱਲ ਮੰਨਦੇ ਆ ਵੀ ਇਹ ਕਰਪਸ਼ਨ ਦਾ ਪੈਸਾ, ਉਹਦੇ ਵਿੱਚੋਂ ਸਾਰਾ ਤਾਂ ਨਹੀਂ ਹੋਏਗਾ, ਉਹਦੇ ਵਿੱਚੋਂ ਅੱਧਾ ਮੰਨ ਲਓ, ਯਾਨੀ ਕਿ 5% ਰਹਿ ਗਿਆ। ਇਹ ਕਿੱਡਾ ਕੁ ਵੱਡਾ ਮਾਰਕ ਹੈ, ਕਿੱਡੀ ਕੁ ਵੱਡੀ ਜਿੱਤ ਹੈ? मैं तो ये पूछना चाह रहे हैं। RBI ने क्लीन नोट पॉलिसी के तहत ये जिक्र किया हुआ है कि जो बैंक के नोट्स हैं वो 4-5 साल के बाद रिप्लेस कर देने होते हैं, ताकि बैंकिंग के जो नोट्स हैं वो क्लीन हो, यानी कि हाथ लगाने में क्लीन। करप्शन के पर्सपेक्टिव से 2000 के नोट पर विड्रॉल नहीं कर रहे, वो कह रहे इसकी लाइफ खत्म हो गई है तो एक डेडलाइन दे देते हैं। इसलिए मैंने बोला ये डीमोनेटाइजेशन नहीं है, ये विड्रॉल ऑफ करेंसी है। भले ही उसकी तारीख 30 सितंबर तक है, लेकिन आज ही 23 मई से पहले ही लोगों ने लेने से इनकार कर दिया है। और पैनिक क्या होता है? आरबीआई ने एक डेडलाइन इसलिए सेटअप करी है कि यार आप ये 2000 का नोट सबमिट कर दो, इन एक्सचेंज आप नोट ले जाओ या बैंक अकाउंट में आप जमा कर दो, कोई प्रॉब्लम नहीं। सर तो इसलिए हम चुग साहब ये ना पंजाब है, यहाँ पे ना लोग
शादी से ज्यादा ना जो मरगत हो जाती है बड़े बुजुर्गों की, उसके ऊपर खर्च कर देते हैं। कई बार हलवाई के 5-5 लाख का बिल बनता है। मान लो वो लेने से मना कर दे कि भाई जी मैं तो जलेबी बाद में निकालूंगा, पहले ये 2000 के नहीं, मेरे को 500-500 के नोट लगाओ। उधर रिश्तेदार आए बैठे हैं, उधर बैंक में वो लाइन में खड़ा हो जाएगा। अगर किसी के पास 2000 के नोट कहीं ना कहीं पड़े हुए हैं, जमा करे हुए हैं, जो अनअकाउंटेड है, बट ऑब्वियसली उसके लिए प्रॉब्लम है। आम आदमी के लिए कोई प्रॉब्लम नहीं है। ਜਿਹੜੇ ਆਪਣੀ ਪੁਰਾਣੀ ਕਰੰਸੀ ਸੀ ਉਹਦੀ ਲਾਈਫ ਬਹੁਤ ਵੱਡੀ ਸੀ। ਇਹ 5 ਸਾਲਾਂ ਦੇ ਦੌਰਾਨ ਜੇਕਰ ਤੁਸੀਂ 1 ਸਾਲ ਪੁਰਾਣਾ ਚਾਹੇ 2000 ਦਾ ਨੋਟ ਹੈ ਚਾਹੇ 500 ਦਾ ਨੋਟ ਹੈ ਉਹਨੂੰ ਤੁਸੀਂ ਚੱਕ ਲਓਗੇ ਜਾਂ ਕਿਤੇ ਅਚਾਨਕ ਕਿਸੇ ਦੀ ਜੇਬ 'ਚ ਧੋਤਾ ਜਾਵੇ ਤਾਂ ਇਸ ਤਰ੍ਹਾਂ ਲੱਗਦਾ ਕਿ ਇਹਦੇ ਵਿੱਚ ਵੀ ਬਹੁਤ ਵੱਡੇ ਤਰੀਕੇ ਨਾਲ ਕਰਪਸ਼ਨ ਕੀਤੀ ਗਈ। ਸਾਨੂੰ ਭਾਜਪਾ ਇਹ ਕਲੀਅਰ ਕਰੇ ਦੇਸ਼ ਨੂੰ ਕਿ ਇਸ ਚੀਜ਼ ਨਾਲ ਦੇਸ਼ ਦੇ ਲੋਕਾਂ ਨੂੰ ਫਾਇਦਾ ਕੀ ਹੋਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਇਸ ਵੇਲੇ ਪੂਰੇ ਮੁਲਕ ਦੇ ਵਿੱਚ ਮੁੱਦਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜੀ ਨੋਟਬੰਦੀ ਹੈ ਇਹ ਫਿਕਰਮੰਦੀ ਵਧਾ ਰਹੀ ਹੈ। ਫਿਕਰਮੰਦੀ ਕਿਹਨਾਂ ਦੀ ਵਧਾ ਰਹੀ ਹੈ? ਜਿਨ੍ਹਾਂ ਕੋਲੇ ਬਲਕ ਦੇ ਵਿੱਚ 2000 ਰੁਪਏ ਦੇ ਨੋਟ ਪਏ ਆ। ਕੀ ਵਾਕਿਆ ਹੀ ਲੋਕਾਂ ਕੋਲ 2000 ਦੇ ਨੋਟ ਪਏ ਆ? ਇਹ ਗੱਲ ਸਮਝਣੀ, ਸੋਚਣੀ ਤੇ ਵਿਚਾਰਨੀ ਜ਼ਰੂਰੀ ਹੋਵੇਗੀ। 2016 ਦੇ ਵਿੱਚ ਜਦੋਂ 8 ਨਵੰਬਰ ਨੂੰ ਰਾਤ ਨੂੰ 8 ਵਜੇ ਨੋਟਬੰਦੀ ਦਾ ਐਲਾਨ ਹੋਇਆ ਸੀ ਤਾਂ ਇਹ ਮੁਲਕ ਦੀ ਤੀਸਰੀ ਨੋਟਬੰਦੀ ਸੀ। ਉਦੋਂ 500 ਰੁਪਏ ਤੇ 1000 ਦੇ ਨੋਟ ਬੰਦ ਕਰਕੇ 2000 ਰੁਪਏ ਦੇ ਨੋਟ ਸ਼ੁਰੂ ਕੀਤੇ ਗਏ ਸੀ। ਉਸ ਤੋਂ ਬਾਅਦ ਇਹ ਨੋਟਾਂ ਦੀ ਛਪਾਈ ਹੁੰਦੀ ਰਹੀ। ਛਪਾਈ ਤੋਂ ਬਾਅਦ ਇਹ ਮੁਲਕ ਦੀ ਕਰੰਸੀ ਦੀ 50% ਜਿਹੜੀ ਹੈ ਉਹ ਅਮਾਉਂਟ ਬਣ ਗਈ ਸੀ 2000 ਦੇ ਨੋਟ। ਤੇ ਹੁਣ ਤੱਕ ਆਉਂਦੇ ਆਉਂਦੇ ਜਦੋਂ 500 ਰੁਪਏ ਦੇ ਨੋਟ ਦੀ ਛਪਾਈ ਵਧੀ ਤੇ 19 ਦੇ ਵਿੱਚ 2000 ਦੇ ਨੋਟ ਦੀ ਛਪਾਈ ਘਟੀ ਤਾਂ ਇਹਦੀ ਜਿਹੜੀ ਟੋਟਲ ਜਿਹੜੀ ਵੈਲਿਊ ਹੈ ਮੁਲਕ ਦੀ ਕਰੰਸੀ ਦੇ ਵਿੱਚ ਉਹ 13.8% ਰਹਿ ਜਾਂਦੀ ਹੈ। ਤੇ ਉਸ ਤੋਂ ਬਾਅਦ ਇਹ ਗੱਲ ਕੀਤੀ ਗਈ ਸੀ ਕਿ 2000 ਦਾ ਨੋਟ ਲਿਆਉਣ ਦੇ ਨਾਲ, ਪੁਰਾਣੀ ਨੋਟਬੰਦੀ ਕਰਨ ਦੇ ਨਾਲ ਜਿਹੜਾ ਕਾਲਾ ਧਨ ਆ ਉਹ ਖਤਮ ਹੋਏਗਾ। ਪਰ ਹੋਇਆ ਇਹ ਸੀ ਕਿ 97% ਜਿਹੜੀ ਹੈ ਬੈਂਕਾਂ ਕੋਲ ਪੈਸਾ ਵਾਪਸ ਆ ਗਿਆ ਸੀ ਤੇ ਖਰਚਾ ਜਿਹੜਾ ਹੋਇਆ ਸੀ ਉਹ ਜੁਦਾ ਸੀ। ਤੇ ਹੁਣ ਇਹ ਸਵਾਲ ਵੱਡਾ ਪੈਦਾ ਹੋਇਆ ਕਿ ਜਿਹੜੇ ਨੋਟ ਛਾਪੇ ਗਏ ਸੀ, ਇੰਨੇ ਨੋਟ, ਉਹਨਾਂ ਦੀ ਜਿਹੜੀ ਮੁਲਕ ਦੇ 13.5 ਲੱਖ ਕਰੋੜ ਜਿਹੜੇ ਟੈਕਸ ਪੇਅਰ ਲੋਕ ਨੇ, ਉਹਨਾਂ ਦਾ ਜਿਹੜਾ ਪੈਸਾ ਇਹਨਾਂ ਦੇ ਉੱਤੇ ਲੱਗਿਆ ਹੋਇਆ ਉਹਨਾਂ ਦੀ ਭਰਪਾਈ ਕਿਵੇਂ ਹੋਵੇਗੀ? ਜਦੋਂ ਕਿ ਇਹ 13.8% ਇਸ ਵੇਲੇ ਮੁਲਕ ਦੀ ਟੋਟਲ ਕਰੰਸੀ ਵੈਲਿਊ ਦੀ ਕਾਸਟ ਜਿਹੜੇ ਆ 2000 ਰੁਪਏ ਦੇ ਨੋਟ ਰੱਖਦੇ ਆ ਔਰ ਇਹਨਾਂ ਨੂੰ ਬੰਦ 30 ਸਤੰਬਰ ਤੋਂ ਬਾਅਦ ਕਰ ਦਿੱਤਾ ਜਾਊਗਾ। ਹੁਣ ਕਿਹਾ ਇਹ ਜਾ ਰਿਹਾ ਹੈ ਕਿ ਨੋਟਬੰਦੀ ਨਹੀਂ ਹੈ, ਨੋਟ ਬੰਦ ਨਹੀਂ ਕੀਤੇ ਗਏ, ਨੋਟ ਬਦਲਾਉਣ ਲਈ ਕਿਹਾ ਗਿਆ। ਇਹਦੇ ਪਿੱਛੇ ਕੀ ਕਾਰਨ ਹੈ? 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਵਿਰੋਧੀ ਧਿਰਾਂ ਕਿਸੇ ਹੋਰ ਪਰਸਪੈਕਟਿਵ ਦੇ ਨਾਲ ਵੇਖ ਰਹੀਆਂ ਨੇ। 2000 ਰੁਪਏ ਦਾ ਨੋਟ ਬੇਸਿਕਲੀ ਤਾਂ ਬੰਦ ਹੋ ਗਿਆ ਉਹਨਾਂ ਵਾਸਤੇ ਕਿ ਜੇ ਕੋਈ ਕਿਸੇ ਨੂੰ 2000 ਰੁਪਏ ਦਾ ਨੋਟ ਦਿੰਦਾ ਤਾਂ ਉਹਨਾਂ ਨੇ ਤੌਬਾ ਕਰ ਦਿੱਤੀ ਹੈ ਕਿ ਨਹੀਂ, ਅਸੀਂ ਬੈਂਕ 'ਚ ਜਾ ਕੇ ਜਮ੍ਹਾਂ ਨਹੀਂ ਕਰਾ ਸਕਦੇ, ਸਾਨੂੰ ਤੁਸੀਂ ਕੋਈ ਹੋਰ ਨੋਟ ਦਿਓ। ਚਾਹੇ ਤੁਸੀਂ ਕਿਸੇ ਪੈਟਰੋਲ ਪੰਪ ਤੇ ਜਾਂਦੇ ਹੋ, ਕਿਸੇ ਦੁਕਾਨ ਤੇ ਜਾਂਦੇ ਹੋ, ਕਿਸੇ ਸ਼ੋਰੂਮ ਦੇ ਵਿੱਚ ਜਾਂਦੇ ਹੋ, ਕੋਈ ਖਰੀਦ ਫਰੋਖਤ ਕਰਨ ਜਾਂਦੇ ਹੋ। ਪਰ 2000 ਰੁਪਏ ਦਾ ਨੋਟ 2019-20 ਤੋਂ ਬਾਅਦ ਆਮ ਪ੍ਰਚਲਨ ਦੇ ਵਿੱਚ ਵੈਸੇ ਹੀ ਬਹੁਤ ਘੱਟ ਵੇਖਿਆ ਜਾ ਰਿਹਾ ਸੀ। ਔਰ ਨੋਟਬੰਦੀ ਦਾ ਇਤਿਹਾਸ ਇਹ ਹੈ ਕਿ ਮੁਲਕ ਦੀ ਆਜ਼ਾਦੀ ਤੋਂ 1 ਸਾਲ ਪਹਿਲਾਂ 1946 'ਚ ਨੋਟਬੰਦੀ ਹੋਈ। ਫਿਰ ਉਸ ਤੋਂ ਬਾਅਦ ਮੁਰਾਰਜੀ ਦੇਸਾਈ ਹੋਰਾਂ ਵਾਲੀ ਸਰਕਾਰ ਦੇ ਵਿੱਚ 1978 ਦੇ ਵਿੱਚ ਨੋਟਬੰਦੀ ਹੋਈ। ਇਸ ਮੁਲਕ ਦੇ ਵਿੱਚ ਜਿੱਥੇ 500, 1000 ਦੇ ਨੋਟ ਦੀ ਨੋਟਬੰਦੀ ਹੋਈ, 2000 ਦੇ ਨੋਟ ਹੁਣ ਬੰਦ ਹੋਏ ਆ। ਇਸ ਤੋਂ ਪਹਿਲਾਂ 5000 ਤੇ 10000 ਦੇ ਨੋਟ ਵੀ ਇਸ ਮੁਲਕ ਦੇ ਵਿੱਚ ਚੱਲਦੇ ਰਹੇ ਤੇ ਉਹਨਾਂ ਦੀ ਨੋਟਬੰਦੀ ਹੋਈ ਆ। ਗੱਲ ਇਹ ਕਰਾਂਗੇ ਕਿ ਬੰਦ ਦੇ ਨਾਲ ਨਤੀਜੇ ਕਿਹੋ ਜਿਹੇ ਆਉਣਗੇ, ਕਿਹੋ ਜਿਹੇ ਨਹੀਂ, ਕਿਉਂਕਿ ਜਦੋਂ ਪਹਿਲਾਂ 500 ਤੇ 1000 ਦੇ ਨੋਟ ਬੰਦ ਕੀਤੇ ਗਏ ਸੀ, ਲੋਕ ਲੰਮੀਆਂ ਕਤਾਰਾਂ 'ਚ ਖੜੇ ਸੀ, ਬਹੁਤ ਖੱਜਲ ਖੁਆਰੀ ਹੋਈ ਸੀ, ਲੋਕਾਂ ਦੇ ਤਰ੍ਹਾਂ ਦੀ ਰੋਜ਼ਮਰਾ ਦੇ ਜੀਵਨ ਦੇ ਉੱਤੇ ਪ੍ਰਭਾਵ ਇਸ ਦੇ ਪਏ ਸੀ। ਸੋ ਅੱਜ ਇਸ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਜੋ ਲੋਕਾਂ ਦਾ ਕਹਿਣਾ, ਲੋਕਤੰਤਰ ਦੇ ਵਿੱਚ ਲੋਕ ਵੱਡੀ ਤਾਕਤ ਹੁੰਦੇ ਆ, ਉਹ ਸੁਣਦੇ ਆ ਕਿ 2000 ਨੋਟ ਬੰਦ ਹੋਣ ਨਾਲ ਉਹਨਾਂ ਨੂੰ ਕਿਹੋ ਜਿਹਾ ਮੁਸ਼ਕਿਲਾਂ ਦਾ ਜਾਂ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਇਹ ਵੈਸੇ ਹੈ ਤਾਂ ਗਲਤ ਵੀ, ਗਵਰਨਮੈਂਟ ਜਦੋਂ ਚਾਹੇ ਕੁਝ ਵੀ ਕਰ ਦਿੰਦੇ ਆ। ਪਹਿਲਾਂ ਜਿਵੇਂ ਨੋਟਬੰਦੀ ਕੀਤੀ ਸੀਗੀ, ਠੀਕ ਹੈ, ਹੁਣ ਜਿਵੇਂ ਪਹਿਲਾਂ ਉਦੋਂ ਵੀ ਵਧੀਆ ਬੰਦੇ ਆ ਜੋ ਉਭਰੇ ਨਹੀਂ ਉਸ ਦੋਸਤ ਤੋਂ, ਦੁਬਾਰਾ ਫਿਰ ਇੱਕ ਡਿਸੀਜ਼ਨ ਆ ਗਿਆ।
ਫਰਕ ਤਾਂ ਪੈਂਦਾ ਹਰੇਕ ਚੀਜ਼ ਦਾ। ਪਤਾ ਲੱਗਿਆ ਸਰਦਾਰ ਸਾਹਿਬ ਵੀ ਜਿਹੜੇ 2000 ਦੇ ਨੋਟ ਨੇ ਬੰਦ ਹੋਣ ਜਾ ਰਹੇ ਨੇ ਤੇ ਜਿਹੜੇ ਕਿ ਕੁਝ ਸਮੇਂ ਦਾ ਟਾਈਮ ਇਸ ਵਾਰ ਮਿਲਿਆ, ਕਿਦਾਂ ਦੇਖਦੇ ਹੋ ਸਾਰੀ ਗੱਲ? ਦੇਖੋ ਪਿਛਲੀ ਵਾਰ ਵੀ 2000 ਦਾ ਨੋਟ ਜਦ ਬੰਦ ਹੋਇਆ ਤਾਂ ਪਰੇਸ਼ਾਨੀ ਦਾ ਸਾਹਮਣਾ ਹੀ ਕਰਨਾ ਪਿਆ ਜੀ। ਜਦੋਂ ਚਲਾਇਆ ਇਹਨਾਂ ਨੇ ਨੋਟਬੰਦੀ ਕਰਕੇ ਪਿਛਲੇ ਨੋਟ ਬੰਦ ਕੀਤੇ 1000 ਵਾਲੇ, ਹੁਣ 2000 ਦਾ ਬੰਦ ਕਰ ਰਹੇ ਆ, ਦੁਬਾਰਾ ਪਰੇਸ਼ਾਨੀ ਆਈ ਚੱਲਦੀ 2000 ਦਾ ਨੋਟ ਚਲਾਇਆ ਇਹਨਾਂ ਨੇ ਉਦੋਂ ਬਹੁਤ ਜ਼ਿਆਦਾ ਦਿੱਕਤ ਆਈ। ਪਹਿਲਾਂ ਤਾਂ ਲੋਕਾਂ ਨੂੰ ਖੁੱਲੇ ਨਹੀਂ ਮਿਲੇ ਸਰ, ਜਿਆਦਾ ਉਸੇ ਟਾਈਮ ਨਾਲ ਚਲਾਉਂਦੇ 2000 ਦਾ ਨੋਟ। ਉਸ ਤੋਂ ਬਾਅਦ ਜਦੋਂ 2000 ਦਾ ਨੋਟ ਹੁਣ ਬੰਦ ਕਰ ਰਹੇ ਨੇ, ਹੁਣ ਬਿਜ਼ਨਸਮੈਨ ਨੂੰ ਦਿੱਕਤ ਆ ਜੀ। ਬਾਹਰ ਕੈਸ਼ ਲੈ ਕੇ ਜਾਣਾ, ਕਿਤੇ ਹੋਰ ਕੰਮ ਜਾਣਾ ਜੀ, ਇਕੱਠਾ ਕੈਸ਼ ਲੈ ਕੇ ਵਗ ਜਾਣਾ, ਥੋੜੇ ਨੋਟ ਆਉਂਦੇ ਨੇ। ਇਦਾਂ ਦੀਆਂ ਦਿੱਕਤਾਂ ਸਾਹਮਣੇ ਮਿਲ ਰਿਹਾ। 5 ਮਹੀਨੇ ਦਾ ਟਾਈਮ ਦਿੱਤਾ ਗਿਆ, ਕਹਿੰਦੇ ਫਿਰ 2000 ਦੇ ਨੋਟ ਜਿੰਨੇ ਤੁਹਾਡੇ ਕੋਲ ਪਏ ਨੇ ਉਸ ਆਰਬੀਆਈ ਬੈਂਕ ਦੇ ਵਿੱਚ ਆ ਕੇ ਜਮ੍ਹਾਂ ਕਰਾ ਸਕਦੇ ਹੋ, ਤੁਸੀਂ ਦੂਜੇ ਬਦਲੇ ਲੈ ਸਕਦੇ ਹੋ, ਕਿਦਾਂ ਦੇਖਦੇ ਹੋ? ਸਰ ਬੈਂਕ ਦੇ ਵਿੱਚ ਕੀ ਜੀ, ਬੈਂਕ ਦੇ ਵਿੱਚ ਜਮਾ ਪਹਿਲਾਂ ਲਾਈਨਾਂ 'ਚ ਲੱਗੋ ਜੀ, ਬੈਂਕ ਜਮਾ ਕਰਨੇ ਕਿਹੜੇ ਸੌਖੇ ਪਏ ਨੇ ਉੱਥੇ ਜੀ। ਬੈਂਕ ਵਾਲੇ ਵੀ ਨਖਰੇ ਕਰਨ ਲੱਗ ਗਏ ਹੁਣ ਜੀ, ਖੜ ਜਾਓ ਜੀ ਅਜੇ ਲਾਈਨ 'ਚ ਲੱਗੋ। ਭਾਈ ਦਿੱਕਤਾਂ ਤੇ ਪਰੇਸ਼ਾਨੀਆਂ ਦੇਖੋ ਹੈਗੀਆਂ ਵੀ ਹੈ, ਤੁਹਾਨੂੰ ਪਤਾ ਹਰ ਚੀਜ਼ ਦੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਨਾ। ਫਾਇਦਾ ਦੇਖੋ ਇਹ ਸੀ ਕਿ ਕਿਸੇ ਦੇ ਪੇਮੈਂਟਾਂ ਦੇਣੀਆਂ ਹੁੰਦੀਆਂ ਸੀਗੀਆਂ, ਚਲੋ 2-2000 ਦੇ ਨੋਟ ਦੇ ਦਿੰਦੇ ਸੀਗੇ ਆਪਾਂ, ਚਲੋ ਕੰਮ ਸਰ ਜਾਂਦਾ ਸੀ। ਅੱਜ ਕੱਲ੍ਹ ਇਕੱਠੀ ਪੇਮੈਂਟ ਦੇਣੀ ਹੈ, ਉਹ ਨਿਬੜ ਜਾਂਦਾ ਸੀ ਕੰਮ। ਤੇ ਨੁਕਸਾਨ ਭਾਈ ਕੁੱਲ ਮਿਲਾ ਕੇ ਦੇਖਿਆ ਜਾਵੇ ਇਹ ਹੈ ਕਿ ਦੇਖੋ ਹੌਲੀ ਹੌਲੀ ਬੰਦੇ ਨੂੰ ਆਦਤ ਪੈਂਦੀ ਹੈ ਜਿਹੜੇ ਨੋਟਾਂ ਦੀ। ਪਰ ਨੋਟਬੰਦੀ ਵੇਲੇ ਤੁਹਾਨੂੰ ਪਤਾ ਕਿੰਨੀ ਪ੍ਰੋਬਲਮ ਆਈ ਹੈ, ਠੀਕ ਹੈ। ਨੋਟਬੰਦੀ ਤੋਂ ਬਾਅਦ ਦੇਖਿਆ ਜਾਵੇ, ਚਲੋ ਉਸ ਤੋਂ ਬਾਅਦ 2000 ਦਾ ਨੋਟ ਕੱਢਿਆ, ਆਪਾਂ ਨੂੰ 2000 ਦੇ ਨੋਟ ਦੀ ਆਦਤ ਪੈ ਗਈ। ਹੁਣ ਆਪਾਂ ਨੋਟ ਦੇਣ ਲੱਗ ਗਏ, ਹੁਣ ਇਹਨਾਂ ਦਾ ਸਰਕਾਰਾਂ ਦਾ ਕੋਈ ਸਮਝ ਨਹੀਂ ਆਉਂਦੀ। ਹੁਣ 2000 ਦਾ ਨੋਟ ਬੰਦ ਕਰੀ ਜਾਂਦੇ ਆ, ਦੱਸੋ ਆਮ ਬੰਦਾ ਹੁਣ ਕਿੱਥੇ ਜਾਵੇ? ਜੇ ਆਪਾਂ ਇਹਦੇ ਨੁਕਸਾਨ ਦੇ ਆਧਾਰ ਤੇ ਚੱਲੀਏ ਵੀ ਜਿਵੇਂ ਇੱਕ ਦੁਕਾਨਦਾਰ ਹੈ, ਦੁਕਾਨਦਾਰ ਨੂੰ ਅਗਲਾ 2000 ਦਾ ਨੋਟ ਫੜਾ ਦਿੰਦਾ ਹੈ ਤਾਂ ਉਹਨੂੰ ਖੁੱਲੇ ਪੈਸੇ ਮੋੜਨੇ ਵਾਪਸ ਔਖੇ ਹੁੰਦੇ ਆ। ਤਾਂ ਯਾਨੀ ਹਰ ਚੀਜ਼ ਦੇ ਫਾਇਦੇ ਵੀ ਤੇ ਨੁਕਸਾਨ ਵੀ ਹੈ। ਤਾਂ ਮੈਂ ਤਾਂ ਮੇਰਾ ਮਕਸਦ ਇਹ ਹੈ ਕਹਿਣ ਦਾ ਭਾਵੇਂ ਭਾਈ ਸਾਹਿਬ ਜਾਂ ਤਾਂ ਤੁਸੀਂ ਕਰੰਸੀ ਹੈ ਜੀ ਕੱਢੋ ਹੀ ਨਾ, ਜੇ ਕੱਢੋ ਤਾਂ ਉਹਨੂੰ ਬੰਦ ਨਾ ਕਰੋ। ਔਰ ਇਸ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਹੋਰਾਂ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ। ਅਰਬੀਨ ਨੇ ਬੜੇ ਸਪਸ਼ਟ ਤਰੀਕੇ ਨਾਲ ਇਹ ਕਿਹਾ ਹੈ ਕਿ ਇਕਨੋਮੀ ਦੇ ਅੰਦਰ ਕਲੀਨਨੈਸ ਆਏ। ਇਹਦੇ ਲਈ ਸਰਕਾਰ ਆਲਰੇਡੀ 2018 ਤੋਂ ਇਹਦੀ ਛਪਾਈ 2000 ਦੇ ਨੋਟਾਂ ਦੀ ਬੰਦ ਹੋ ਚੁੱਕੀ ਸੀ ਔਰ ਕੇਵਲ 10% ਜਿਹੜਾ ਨੋਟ ਹੈ ਉਹ ਸਰਕੂਲੇਸ਼ਨ 'ਚ ਹੈ। 90% ਨੋਟ ਜਿਹੜਾ ਆਲਰੇਡੀ ਬੈਂਕਾਂ 'ਚ ਵਾਪਸ ਜਾ ਚੁੱਕਿਆ ਔਰ ਬੈਂਕ ਜਿਹੜੇ ਆ ਬੜੀ ਦੇਰ ਤੋਂ 2000 ਦੇ ਨੋਟ ਜਿਹੜੇ ਉਹ ਦੇ ਨਹੀਂ ਰਹੇ ਸੀ, ATM 'ਚ ਵੀ ਨਹੀਂ ਆ ਰਹੇ ਸੀ। ਇਹ ਰਿਪਲੇਸਮੈਂਟ ਹੈ। 30 ਸਤੰਬਰ ਤੱਕ ਦਾ ਲੰਬਾ ਸਮੇਂ ਸਰਕਾਰ ਨੇ ਦਿੱਤਾ ਹੈ ਕਿ ਤੁਸੀਂ ਜਿਹੜਾ ਹੈ ਇਸ ਨੋਟ ਦਾ ਪ੍ਰਯੋਗ ਕਰ ਸਕਦੇ ਹੋ ਔਰ 20,000 ਰੁਪਇਆ ਕਰਕੇ ਰਿਪਲੇਸ ਵੀ ਹੋ ਸਕਦਾ। 20,000 ਰੁਪਇਆ ਲੈ ਕੇ ਜਾਓ, 500 ਦੇ ਨੋਟ ਲਿਆਓ, ਜਮ੍ਹਾਂ ਕਰਵਾਉਣੇ ਆ ਜਮ੍ਹਾਂ ਕਰਵਾਓ। ਇਸ ਕਰਕੇ ਇਹਨੂੰ ਨੋਟਬੰਦੀ ਨਹੀਂ ਕਹਿ ਸਕਦੇ, ਇਹਨੂੰ ਅਸੀਂ ਕਲੀਨਨੈਸ ਲਿਆਉਣ 'ਚ ਦੇ ਅੰਦਰ ਵੱਡੀ ਮਦਦ ਮਿਲੇਗੀ ਔਰ ਭ੍ਰਿਸ਼ਟਾਚਾਰ ਜਿਹੜਾ ਉਹਦੇ ਤੇ ਵੀ ਜਿਹੜਾ ਨਕੇਲ ਕਸੋਏਗੀ ਔਰ ਜਿਨ੍ਹਾਂ ਕੋਲ ਬਲੈਕ ਮਨੀ ਹੈ ਉਹਨਾਂ ਲਈ ਜ਼ਰੂਰ ਇਹ ਚਿੰਤਾ ਦਾ ਵਿਸ਼ੇ ਹੋ ਸਕਦਾ। ਸੋ ਆਏ ਹੋਏ ਮਹਿਮਾਨਾਂ ਨਾਲ ਬਿਨਾਂ ਕਿਸੇ ਦੇਰੀ ਤੋਂ ਚਰਚਾ ਕਰਾਂਗੇ ਤੇ ਉਹਨਾਂ ਨਾਲ ਰਸਮੀ ਤਾਰਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਇਸ ਚਰਚਾ 'ਚ ਆਮ ਆਦਮੀ ਪਾਰਟੀ ਤੋਂ ਰਮਨ ਚਾਂਦੀ ਸਾਹਿਬ ਜੁੜੇ। ਜਨਾਬ ਜੀਓ ਆਇਆਂ ਨੂੰ। ਔਰ ਡਾਕਟਰ ਅਮਨ ਚੁੱਗ ਸਾਡੇ ਨਾਲ ਆਰਥਿਕ ਮਾਹਰ ਦੇ ਤੌਰ ਤੇ ਗੱਲਬਾਤ ਰੱਖਣਗੇ। ਤੁਹਾਡਾ ਸਵਾਗਤ ਹੈ। ਭਾਜਪਾ ਤੋਂ ਸਾਡੇ ਨਾਲ ਇਸ ਵੇਲੇ ਸੰਜੇ ਕਪੂਰ ਸਾਹਿਬ ਜੁੜੇ ਹੈ। ਸਵਾਗਤ ਹੈ ਤੁਹਾਡਾ ਕਪੂਰ ਸਾਹਿਬ ਇਸ ਚਰਚਾ। ਚੁੱਗ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਸਮਝਣਾ ਚਾਹੂੰਗਾ, ਜਿਸ ਤਰੀਕੇ ਨਾਲ ਇਹਨੂੰ ਕਿਹਾ ਜਾ ਰਿਹਾ ਕਿ ਇਹ ਨੋਟਬੰਦੀ ਨਹੀਂ, ਇਹ ਕਲੀਨਨੈਸ ਹੈ। ਇਹ ਕਿਹੋ ਜਿਹੀ ਕਲੀਨਨੈਸ ਹੈ? ਇਹ ਕਿਹੋ ਜਿਹਾ ਕਦਮ ਹੈ ਜਿਹਦੇ ਉੱਤੇ ਇੰਨਾ ਪੈਸਾ ਖਰਚ ਕੀਤਾ ਗਿਆ ਹੋਵੇ, ਮਸ਼ੀਨਾਂ ਦੇ ਸਾਈਜ਼ ਚੇਂਜ ਕੀਤੇ ਗਏ ਹੋਣ ਤੇ ਉਸ ਤੋਂ ਬਾਅਦ ਇਹਨੂੰ ਬੰਦ ਕਰ ਲਿਆ ਜਾਵੇ? ਪਹਿਲਾਂ ਕਿਹਾ ਗਿਆ ਸੀਗਾ ਕਿ ਕਾਲਾ ਧਨ ਖਤਮ ਕਰਨ ਲਈ ਇਸ ਨੋਟ ਨੂੰ ਲਿਆਂਦਾ ਗਿਆ, ਹੁਣ ਇਸ ਨੂੰ ਬੰਦ ਕਰਨ ਲਈ ਕਾਲਾ ਧਨ ਜਿਹੜਾ है वो खत्म होगा। मैं इसमें थोड़ा करेक्शन करना चाहूँगा। आई थिंक हो सकता है स्टेटमेंट ये करी हो कि काला धन को ख़त्म करना था, मगर ब्लैक मनी के पर्सपेक्टिव से डीमोनेटाइजेशन 2016 में नहीं हुआ था। उसको इसलिए किया गया था क्योंकि मनी इन सर्कुलेशन में फेक मनी बहुत ज़्यादा था, जो RBI द्वारा भी करेंसी चेस्ट में अवेलेबल था, बैंकों द्वारा ATM से निकल रहा था। तो फेक मनी के ऊपर डीमोनेटाइजेशन का एक प्रहार था। ये गलत बात है और गलत मानना है कि वो ब्लैक मनी के लिए था। इसको अगर आप पूछेंगे तो मैं शायद इसको और फिर फर्दर उसको क्लैरिफाई करने की कोशिश करूंगा। जो अभी रिसेंटली 2000 नोट का जो हम कह रहे हैं कि कॉस्ट काफी इनकर किया गया था, वो जो कॉस्ट थी वो 4 से 5 साल के मनी इन सर्कुलेशन के लिए थी। 5 साल ऑलरेडी हो चुके हैं, रेदर 7 ईयर्स होने को कतार पे हैं। इसलिए वो जो करेंसी नोट के ऊपर जो कॉस्ट इनकर थी वो ओवर द पीरियड ऑफ 5 to 7 ईयर्स वो ऑलरेडी कॉस्ट रिकवर हो चुकी है। तीसरा, उस टाइम पे 2000 नोट को इसलिए लेकर आया गया था क्योंकि ये जो डीमोनेटाइजेशन का प्रोसेस जो कि फेक मनी के ऊपर प्रहार था, जहां पे कई सीनियर अथॉरिटीज को भी नहीं पता था और वो आखिरी मोमेंट पे
कैबिनेट मिनिस्टर्स की जब मीटिंग हुई थी, मोबाइल भी जब्त कर लिए गए थे, और उस टाइम पे जब ये डिसीजन लिया गया था तो उस टाइम पे 500 और 1000 को जब रिप्लेस करना था, तो सेम मनी इन सर्कुलेशन को जल्दी मार्केट में लाने के लिए ये 2000 नोट का प्रोपोजिशन को लेकर आए थे, जो कि नेक्स्ट 5 to 7 ईयर्स में उसको फेज आउट करना था, और वो समय अब आ गया है। तो सिंपल है, ये डीमोनेटाइजेशन नहीं है, ये एक तरह से आरबीआई की क्लीन पॉलिसी जो नोट के पर्सपेक्टिव है कि जी हमें एक तरह से लेटेस्ट बैंक नोट्स की अवेलेबिलिटी करनी है, एंड सिंस 90% ऑफ 2000 नोट्स ऑलरेडी जा चुके हैं, 10% रिमेनिंग है, 13% के करीब रिमेनिंग है, वो 13% को भी धीरे करके खत्म कर दिया जाए ताकि 30 सितंबर को एक तरह से 2000 के नोट अवेलेबिलिटी में ना रहे। ठीक है ਚਾਂਦੀ ਸਾਹਿਬ, ਜਿਸ ਤਰੀਕੇ ਨਾਲ ਓਪੋਜੀਸ਼ਨ ਪਾਰਟੀਜ਼ ਲਗਾਤਾਰ ਹਮਲਾਵਰ ਨੇ, ਮਜ਼ਾਕ ਕਰ ਰਹੀਆਂ ਨੇ ਕਿ ਜਦੋਂ ਇਹਦੇ ਵਿੱਚ ਆਲਰੇਡੀ ਚਿਪ ਲੱਗੀ ਹੋਈ ਸੀਗੀ, ਇਹਦੇ ਵਿੱਚ ਜਿਹੜੀ ਟੈਕਨੋਲੋਜੀ ਵਰਤੀ ਗਈ ਸੀਗੀ, ਫਿਰ ਇਸ ਨੂੰ ਲੱਭਣ ਦੇ ਵਿੱਚ ਇਹ ਕਲੀਨੈਸ ਅਭਿਆਨ ਸ਼ੁਰੂ ਕਰਨ ਦੀ ਕੀ ਜ਼ਰੂਰਤ ਸੀ? जी धन्यवाद नवजोत जी। देखो सारे तो पहला तो मैं ये गल कहूंगा कि जदों मोदी सरकार ने 2016 ਦੇ ਵਿੱਚ ਨੋਟਬੰਦੀ ਕੀਤੀ ਹੈ ਤਾਂ ਉਹਨਾਂ ਨੇ ਜਿਹੜਾ ਨਾਰਾ ਦਿੱਤਾ ਦੇਸ਼ ਨੂੰ ਕਿ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ, ਗਰੀਬੀ ਤੇ ਅੱਤਵਾਦ ਨੂੰ ਖਤਮ ਕਰਨ ਦੇ ਲਈ ਮਦਦ ਮਿਲੇਗੀ। 2 ਨੰਬਰ ਦਾ ਧਾਰਾ ਜਿਹੜਾ ਉਹ ਖਤਮ ਕਰਨ ਲਈ ਮਦਦ ਮਿਲੇਗੀ। ਮੇਰਾ ਸਾਰਿਆਂ ਨਾਲੋਂ ਪਹਿਲਾਂ ਇੱਕੋ ਹੀ ਕੁਐਸਚਨ ਹੈ ਭਾਜਪਾ ਨੂੰ ਕਿ ਉਸ ਸਮੇਂ ਤੁਸੀਂ ਬਾਬਾ ਰਾਮਦੇਵ ਜੀ ਦਾ ਸਹਾਰਾ ਲਿਆ, ਜਿਨ੍ਹਾਂ ਨੇ ਪੂਰੇ ਦੇਸ਼ ਦੇ ਵਿੱਚ ਹਰ ਮੰਚ ਦੇ ਉੱਤੇ ਇੱਕੋ ਗੱਲ ਕਹੀ ਸੀ ਕਿ ਜਿਹੜਾ ਸਵਿਸ ਬੈਂਕਾਂ ਦੇ ਵਿੱਚ ਦੇਸ਼ ਦੇ ਨੇਤਾਵਾਂ ਦਾ ਕਾਲਾ ਧਨ ਪਿਆ ਉਹਨੂੰ ਵਾਪਸ ਲੈ ਕੇ ਵੀ ਆਵਾਂਗੇ। ਲੇਕਿਨ ਪਿਛਲੇ 9 ਸਾਲਾਂ ਦੇ ਦੌਰਾਨ ਉੱਥੇ ਜਿਹੜਾ 20,500 ਕਰੋੜ ਰੁਪਇਆ ਪਿਆ ਸੀ, ਅੱਜ ਉਹਦੀ ਜਿਹੜੀ ਉੱਥੇ ਕੀਮਤ ਹੈ ਅੱਜ ਉਹ ਤਕਰੀਬਨ 31,000 ਕਰੋੜ ਦੇ ਉੱਪਰ ਪਾਰ ਕਰ ਗਈ ਹੈ। ਤਾਂ ਕੀ ਅੱਜ ਵੀ ਉਹ ਪੁਰਾਣੇ ਨੇਤਾਵਾਂ ਦਾ ਹੀ ਧਨ ਹੈ ਵਿਦ ਇੰਟਰਸਟ ਲਾ ਕੇ ਵੱਧ ਗਿਆ ਕਿ ਕਾਲਾ ਧਨ ਅੱਜ ਵੀ ਸਵਿਸ ਬੈਂਕਾਂ ਦੇ ਵਿੱਚ ਦੇਸ਼ ਦੇ ਮੌਜੂਦਾ ਲੀਡਰਾਂ ਦਾ ਜਾ ਰਿਹਾ? ਨੰਬਰ 2 ਤੇ ਜੇ ਇਹਨਾਂ ਨੂੰ ਏਡਾ ਹੀ ਲੱਗਦਾ ਸੀ ਕਿ ਅਸੀਂ ਦੇਸ਼ ਨੂੰ ਬਿਲਕੁਲ ਕਲੀਨ, ਸਾਫ਼ ਸੁਥਰਾ ਇੱਕ ਪ੍ਰਸ਼ਾਸਨਿਕ ਸਿਸਟਮ ਦੇਣਾ ਚਾਹੁੰਦੇ ਆ, ਦੇਸ਼ ਦੇ ਵਿੱਚ ਕਰਪਸ਼ਨ ਨੂੰ ਨੱਥ ਪਾਉਣਾ ਚਾਹੁੰਦੇ ਆ, ਤਾਂ ਇਹਨਾਂ ਨੂੰ ਜੇਪੀਸੀ ਦਾ ਗਠਨ ਕਰ ਦੇਣਾ ਚਾਹੀਦਾ ਸੀ ਅਡਾਨੀਆਂ ਦੇ ਉੱਤੇ। ਇਹ ਚੀਜ਼ ਹੈ ਜਿਹੜੀ ਇਹ ਵੀ ਦੇਸ਼ ਦੇ ਲੋਕ ਦੇਖ ਰਹੇ ਨੇ ਕਿ ਕੀ ਕੁਝ ਦੇਸ਼ ਦੇ ਵਿੱਚ ਮੌਜੂਦਾ ਮੋਦੀ ਸਰਕਾਰ ਕਰ ਰਹੀ ਹੈ, ਕਿਸ ਤਰ੍ਹਾਂ ਇੱਕ ਤਾਨਾਸ਼ਾਹੀ ਰਵੱਈਏ ਦੇ ਨਾਲ ਹਰ ਇੱਕ ਸਿਸਟਮ ਨੂੰ ਆਪਣਾ ਠੋਪ ਰਹੀ ਹੈ ਕਿ ਅਸੀਂ ਜੋ ਕਹਿਤਾ ਉਹੀ ਸੱਚੋ ਸੱਚ ਹੈ, ਹੋਰ ਕੁਝ ਵੀ ਨਹੀਂ ਹੈ। ਪਹਿਲੀ ਗੱਲ ਤਾਂ ਦੇਸ਼ ਦੀ ਮੌਜੂਦਾ ਮੋਦੀ ਸਰਕਾਰ ਨੂੰ ਗ੍ਰਾਸ ਰੂਟ ਤੇ ਰਹਿ ਕੇ ਸੋਚਣਾ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ 2000 ਦਾ ਨੋਟ ਇੱਕ ਆਮ ਵਿਅਕਤੀ ਕੋਲ, 2000 ਦਾ ਨੋਟ ਗਰੀਬ ਤਾਂ ਛੱਡੋ, ਇੱਕ ਮਿਡਲ ਕਲਾਸ ਫੈਮਿਲੀ ਦਾ ਵੀ 2000 ਦਾ ਨੋਟ ਅੱਜ ਦੀ ਦੇ ਸਮੇਂ ਦੇ ਵਿੱਚ ਇੰਨਾ ਕੋਈ ਕਿਸੇ ਕੋਲ 1 ਜਾਂ 2 ਹੋਣਗੇ, ਕਿਸੇ ਕੋਲ ਰੱਖ ਨਹੀਂ ਸਕਦਾ। ਮੇਰੇ ਕੋਲ ਸਿਰਫ ਅੱਜ ਦੇ ਸਮੇਂ ਘਰ ਦੇ ਵਿੱਚ 5 ਨੋਟ ਨੇ 2000 ਰੁਪਏ ਦੇ, 10,000 ਰੁਪਇਆ ਉਹ ਵੀ ਮੇਰੇ ਕੋਲ 3 ਮਹੀਨਿਆਂ ਤੋਂ ਸੇਵ ਪਿਆ ਮੇਰਾ ਅਲਮਾਰੀ 'ਚ, ਵੀ ਕਦੇ ਲੋੜ ਪੈਂਦੀ ਹੈ ਜਾਂ ਨਹੀਂ ਪੈਂਦੀ। ਸੋ ਇਸ ਕਰਕੇ ਇਹ ਸਾਰਾ ਕੁਝ ਹੈ ਜਿਹੜਾ 2024 ਨੂੰ ਮੱਦੇਨਜ਼ਰ ਰੱਖ ਕੇ ਆਪਣਾ ਪੈਸਾ ਜਿਹੜਾ ਜਿੱਥੋਂ ਇਹਨਾਂ ਨੇ ਪੈਸਾ ਕਲੈਕਟ ਕਰਨਾ 2024 ਦੇ ਲਈ, ਉਹ ਸਾਰਾ ਇੱਕ ਜਗ੍ਹਾ ਤੇ ਕਲੈਕਟ ਕਰਕੇ ਇਕੱਠਾ ਕਰ ਲਿਆ ਜਾਏਗਾ। ਹੋਰ ਕੁਝ ਵੀ ਨਹੀਂ ਲੱਗਦਾ। ਦੇਸ਼ ਦੇ ਲੋਕਾਂ ਨੂੰ ਸਿਰਫ ਇੱਕ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਨੇ, ਹੋਰ ਇਹ 'ਚ ਕੁਝ ਵੀ ਨਹੀਂ ਹੈ। ਠੀਕ ਹੈ ਸੰਜੇ ਕਪੂਰ ਜੀ, ਹੈਰਾਨ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਨੇ? ਕੀ ਇਹਦੇ ਕੋਈ ਪੋਲੀਟੀਕਲ ਮੋਟਿਵਸ ਨੇ? ਕਿਉਂਕਿ ਜਿਸ ਤਰੀਕੇ ਨਾਲ ਚੁੱਕ ਸਾਹਿਬ ਨੇ ਵੀ ਦੱਸਿਆ ਕਿ ਇਹ ਇਸ ਵੇਲੇ ਟੋਟਲ ਜਿਹੜੀ ਕਰੰਸੀ ਦੀ ਵੈਲਿਊ ਦੀ ਕਾਸਟ ਇਹ 2000 ਦੇ ਨੋਟਾਂ ਦੀ ਹੈ 13 ਪੁਆਇੰਟ ਕੁਛ ਸਮਥਿੰਗ ਹੈ, ਤੇ ਈਵਨ ਕਿ ਤੁਹਾਡੇ ਪ੍ਰਧਾਨ ਸਾਹਿਬ ਵੀ ਕਹਿ ਰਹੇ ਸੀ ਕਿ 90% ਨੋਟ ਤਾਂ ਸਰਕੂਲੇਸ਼ਨ ਦੇ ਵਿੱਚ ਹੈ ਹੀ ਨਹੀਂ, 10% ਨੇ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਕੀਤੀ ਗਈ ਹੈ। ਤਾਂ ਉਹ ਫਿਰ ਕਿੰਨੀ ਕੁ ਵੱਡੀ ਕਰਪਸ਼ਨ ਤੇ ਕਿੰਨਾ ਕੁ ਵੱਡਾ ਇਹ ਧਨ ਹੋਊਗਾ? ਕਿਉਂਕਿ ਜਦੋਂ ਇਹਨੂੰ ਬੰਦ ਕੀਤਾ ਜਾ ਰਿਹਾ ਹੈ, ਆਫਟਰ ਆਲ ਜਿਹੜੀ ਇਹਦੀ ਛਪਾਈ ਦੀ ਕਾਸਟ ਸੀ, ਇਹਦੀ ਬਣਾਉਣ ਦੀ ਲਾਗਤ ਸੀਗੀ, ਉਹ ਵੀ ਤਾਂ ਲੋਕਾਂ ਦੇ ਪੈਸਿਆਂ ਦੇ ਨਾਲ ਹੀ ਪੂਰੀ ਹੋਈ ਸੀ। ਤਾਲੀਵਾਲ ਜੀ, 2 ਪੁਆਇੰਟਸ ਪਹਿਲੇ ਨਾ ਬੜੇ ਅੱਛੇ ਢੰਗ ਨਾਲ ਸਮਝਣ ਦੀ ਜ਼ਰੂਰਤ ਹੈਗੀ ਹੈ। ਚੁੱਕ ਸਾਹਿਬ ਨੇ ਗੱਲ ਨੂੰ ਬੜੇ ਅੱਛੇ ਢੰਗ ਨਾਲ ਐਕਸਪਲੇਨ ਕੀਤਾ ਹੈਗਾ ਵਾ, ਮੈਂ ਉਹ ਗੱਲਾਂ ਉਹਨਾਂ ਦੀ ਦੁਬਾਰਾ ਰਿਪੀਟ ਨਹੀਂ ਕਰਾਂਗਾ। ਓਪੋਜੀਸ਼ਨ ਪਾਰਟੀਆਂ ਅਨਨੈਸੈਸਰਲੀ ਨਾ ਕੰਟਰੀ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀਆਂ ਪਈਆਂ ਕਿ ਜਿਹੜਾ 2000 ਦਾ ਨੋਟ ਬੰਦ ਹੋ ਗਿਆ ਤੇ ਪਤਾ ਨਹੀਂ ਕਿੱਡਾ ਵੱਡਾ ਤੂਫਾਨ ਦੇਸ਼ ਦੇ ਵਿੱਚ ਆਉਣ ਵਾਲਾ। ਪਹਿਲੀ ਗੱਲ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਵਾ ਕਿ 30 ਸਤੰਬਰ ਤੱਕ ਦਾ ਗਵਰਨਮੈਂਟ ਨੇ ਟਾਈਮ ਦਿੱਤਾ ਹੈ। 4 ਮਹੀਨੇ ਤੋਂ ਵੱਧ ਦਾ ਟਾਈਮ ਹੈਗਾ ਕਿ ਤੁਸੀਂ ਇਹ ਨੋਟਾਂ ਨੂੰ ਬੈਂਕਾਂ ਦੇ ਵਿੱਚ ਜਾ ਕੇ ਬਦਲ ਸਕਦੇ ਹੈਗੇ।
20,000 रुपए की गवर्नमेंट ने पर डे की रिस्ट्रिक्शन लगाई है कि 20,000 रुपए तक के नोट एक दिन च एक्सचेंज किए जा सकते हैं। पर जे बैंक दे विच तुहाडा सेविंग अकाउंट है, करंट अकाउंट है, ਉਹਦੇ ਵਿੱਚ ਜਿੰਨਾ ਵੀ ਤੁਹਾਡੇ ਕੋਲ 2000 ਦੇ ਨੋਟ ਹੈਗੇ ਹੈ ਉਹ ਸਾਰੇ ਦੇ ਸਾਰੇ ਉੱਥੇ ਤੁਸੀਂ ਡਿਪੋਜ਼ਿਟ ਕਰਾ ਸਕਦੇ ਹੋ। ਉਹਦੇ ਤੇ ਗਵਰਨਮੈਂਟ ਨੇ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਲਗਾਈ। ਅਗਰ ਮੇਰੇ ਕੋਲ 5 ਲੱਖ ਰੁਪਇਆ ਪਿਆ ਹੋਇਆ ਹੈ ਔਰ ਮੇਰੀ ਬੈਲੈਂਸ ਸ਼ੀਟ 'ਚ ਸ਼ੋ ਹੁੰਦਾ ਪਿਆ ਹੋਇਆ ਤੇ ਮੈਂ ਆਪਣੇ ਸੇਵਿੰਗ ਜਾਂ ਕਰੰਟ ਅਕਾਊਂਟ 'ਚ ਪੂਰਾ 5 ਲੱਖ ਰੁਪਇਆ ਇੱਕ ਦਿਨ ਦੇ ਵਿੱਚ ਜਾ ਕੇ ਜਮ੍ਹਾਂ ਕਰਵਾ ਸਕਦਾ ਵਾ। ਉਹਦੇ ਤੇ ਸਰਕਾਰ ਨੇ ਕੁਝ ਰੋਕ ਲਗਾਈ ਹੋ ਨਹੀਂ ਕਿ ਹਾਂ ਜਿਨ੍ਹਾਂ ਕੋਲ ਅਕਾਊਂਟ ਨਹੀਂ ਗਾ ਜਿਹੜਾ ਸਿਰਫ ਐਕਸਚੇਂਜ ਕਰਾਉਣਾ ਚਾਹੁੰਦੇ ਹੈ ਉਹ ਇੱਕ ਦਿਨ ਦੇ ਵਿੱਚ ਸਿਰਫ 20,000 ਰੁਪਇਆ 10 ਨੋਟ ਜਮ੍ਹਾਂ ਕਰਵਾ ਸਕਦੇ ਹੈਗੇ ਹੈ। ਦੂਸਰੀ ਗੱਲ ਜਿਹੜੀ ਸਮਝਣ ਦੀ ਹੈਗੀ ਹੈ ਕਿ ਜਦੋਂ 2016 ਦੇ ਗਵਰਨਮੈਂਟ ਨੇ ਡੀਮੋਨੇਟਾਈਜੇਸ਼ਨ ਲੈ ਕੇ ਆਈ ਸੀ ਉਸ ਟਾਈਮ 1000 ਦੇ ਨੋਟ ਵਿਡਰਾ ਹੋਏ ਸੀ। ਉਸ ਟਾਈਮ ਜਿਹੜੀ ਨਾ ਕਰੰਸੀ ਦੀ ਬਹੁਤ ਜ਼ਰੂਰਤ ਹੈਗੀ ਸੀ। ਉਹ ਕਰੰਸੀ ਦੀ ਜਿਹੜੀ ਸ਼ਾਰਟਫਾਲ ਨੂੰ ਪੂਰਾ ਕਰਨ ਵਾਸਤੇ 2000 ਰੁਪਏ ਦਾ ਨੋਟ ਇੰਟਰੋਡਿਊਸ ਕੀਤਾ ਗਿਆ ਸੀ। ਔਰ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਕੋਈ ਵੀ ਕਰੰਸੀ ਨਵੀਂ ਇੰਟਰੋਡਿਊਸ ਕਰਦਾ ਹੈ ਉਹਦੀ ਕਾਸਟਿੰਗ ਜਿਹੜੀ ਹੈ ਨਾ ਉਹਨੇ 5 ਸਾਲ ਦੇ ਪੀਰੀਅਡ 'ਚ ਸਪਰੈਡ ਕੀਤੀ ਹੁੰਦੀ ਹੈ ਔਰ 5 ਸਾਲ ਦੇ ਪੀਰੀਅਡ ਤੋਂ ਪਹਿਲੇ ਉਹ ਕਰੰਸੀ ਕਦੀ ਵਿਡਰਾ ਨਹੀਂ ਕਰਦੇ। ਅੱਜ 2000 ਦਾ ਨੋਟ ਇੰਟਰੋਡਿਊਸ ਹੋਏ ਲਗਭਗ 7 ਸਾਲ ਹੋ ਗਏ ਹੈ ਔਰ ਜਿਹੜੀ ਕਰੰਸੀ ਦੀ ਕਾਸਟ ਦੀ ਤੁਸੀਂ ਗੱਲ ਕੀਤੀ ਨਾ ਕਿ ਨਵੇਂ ਨੋਟ ਦੀ ਛਪਵਾਈ ਦੀ ਜਿਹੜੀ ਕਾਸਟ ਹੈਗੀ ਹੈ ਉਹ ਡੈਫੀਨਿਟਲੀ 5 ਸਾਲ ਤੋਂ ਵੱਧ ਪੀਰੀਅਡ ਹੋ ਗਿਆ ਹੈਗਾ ਵੈ। ਸੋ ਡੈਫੀਨਿਟਲੀ ਕਾਸਟ ਉਹਦੀ ਟੋਟਲੀ ਰਿਕਵਰਡ ਹੈਗੀ ਹੈ, ਉਹਦੇ ਤੇ ਕੋਈ ਐਡਾ ਇਸ਼ੂ ਨਹੀਂ ਹੈਗਾ। ਜਿਸ ਟਾਈਮ 2016 ਦੇ ਵਿੱਚ 2000 ਦੇ ਨੋਟ ਆਏ ਗਏ ਸੀ ਉਦੋਂ 6.7 ਲੱਖ ਕਰੋੜ ਪ੍ਰਿੰਟ ਕੀਤੇ ਸੀ ਗਵਰਨਮੈਂਟ ਨੇ ਜਿਹੜਾ ਕਿ ਲਗਭਗ 37.3% ਸੀ ਸਰਕੂਲੇਸ਼ਨ ਦਾ। ਇਸ ਟਾਈਮ ਰਿਜ਼ਰਵ ਬੈਂਕ ਦੀ ਜਿਹੜੀ ਰਿਪੋਰਟ ਕਹਿੰਦੀ ਪਈ ਹੈ ਸਿਰਫ 10.8% ਜਿਹੜੇ ਕਿ 3.6 ਲੱਖ ਕਰੋੜ ਨੋਟ ਹੈਗੇ ਹੈ ਉਹ ਇਹ ਸਰਕੂਲੇਸ਼ਨ 'ਚ ਹੈਗੇ ਹੈ। 90% ਦੇ ਕਰੀਬ ਦੂਜੀ ਕਰੰਸੀ ਸਰਕੂਲੇਸ਼ਨ 'ਚ ਹੈਗੀ ਹੈ। ਔਰ ਜੇ ਇਹ ਨੋਟ ਬੰਦ ਵੀ ਹੋ ਜਾਣਗੇ ਨਾ ਇਹਦਾ ਸੋਸਾਇਟੀ ਤੇ ਬਿਜ਼ਨਸ ਤੇ ਕੋਈ ਵੀ ਇਫੈਕਟ ਨਹੀਂ ਆਉਣ ਵਾਲਾ ਹੈਗਾ। ਜਿਸ ਤਰੀਕੇ ਦਾ ਸ਼ੋਰ ਸ਼ਰਾਬਾ ਓਪੋਜੀਸ਼ਨ ਪਾਰਟੀਆਂ ਪਾਉਂਦੀਆਂ ਪਈਆਂ ਜਦੋਂ ਕੋਈ ਫਰਕ ਹੀ ਨਹੀਂ ਪੈਣਾ ਇਹ ਆਪਰੇਸ਼ਨ ਸ਼ੁਰੂ ਕਿਉਂ ਕੀਤਾ ਗਿਆ? ਮਤਲਬ ਕਾਦੀ ਸਫਾਈ ਕਰਨੀ ਹੈ? ਸਫਾਈ ਕਿਸ ਚੀਜ਼ ਦੀ ਕਰਨੀ ਹੈ? ਦੇਖੋ 2000 ਦਾ ਨੋਟ ਬੇਸਿਕਲੀ ਉਸ ਟਾਈਮ ਤੁਹਾਨੂੰ ਦੱਸਿਆ ਨਾ ਕਿ ਇੰਟਰੋਡਿਊਸ ਗਵਰਨਮੈਂਟ ਨੇ ਕੀਤਾ ਸੀ ਕਿ ਉਸ ਟਾਈਮ ਕਰੰਸੀ ਦੇ ਵਿੱਚ ਜਿਹੜੀ ਸ਼ਾਰਟੇਜ ਆਂਦੀ ਪਈ ਸੀ ਕਿਉਂਕਿ ਲੋਕ ਇੱਕਦਮ ਲੀਗਲ ਟੈਂਡਰ ਬੰਦ ਹੋ ਗਿਆ ਸੀ। ਅੱਜ 2000 ਦਾ ਨੋਟ ਲੀਗਲ ਟੈਂਡਰ ਗਵਰਨਮੈਂਟ ਨੇ ਬੰਦ ਨਹੀਂ ਕੀਤਾ। ਸੈਪਟੈਂਬਰ 30 ਸੈਪਟੈਂਬਰ ਤੱਕ ਇਹ ਲੀਗਲ ਟੈਂਡਰ ਹੈ। ਲੋਕੀ ਇਹਨੂੰ ਆਪਣੇ ਵਪਾਰ ਦੇ ਵਿੱਚ ਸਭ ਜਗ੍ਹਾ ਯੂਜ਼ ਕਰ ਸਕਦੇ ਹੈਗੀ ਹੈ। ਉਸ ਟਾਈਮ ਜਿਹੜਾ ਲੀਗਲ ਟੈਂਡਰ ਬੰਦ ਹੋਣ ਦੇ ਕਾਰਨ ਕਰੰਸੀ ਦੀ ਸ਼ਾਰਟੇਜ ਹੋ ਗਈ ਸੀ। ਉਹ ਸ਼ਾਰਟੇਜ ਨੂੰ ਪੂਰਾ ਕਰਨ ਵਾਸਤੇ ਸਰਕਾਰ ਨੇ 2000 ਰੁਪਏ ਦਾ ਪਰ ਤੁਸੀਂ ਲੱਗਦਾ ਤੁਹਾਨੂੰ ਯਕੀਨ ਹੈ ਲੋਕਾਂ ਦੇ ਵਿੱਚ ਇਹ ਨੋਟ ਦਾ ਆਦਾਨ ਪ੍ਰਦਾਨ ਹੋਏਗਾ, ਕੋਈ ਲਏਗਾ? ਮੈਂ ਖੁਦ ਆਪ ਪੈਟਰੋਲ ਪੰਪ ਤੇ ਗਿਆ ਤੇ ਉੱਥੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਨਹੀਂ ਉਹ ਇਸ ਕਾਰਨ ਇਨਕਾਰ ਲੋਕ ਕਰਦੇ ਪਏ ਆ ਕਿ ਲੋਕਾਂ ਨੂੰ ਹਾਲੇ ਤੱਕ ਜਿਹੜਾ ਆਰਬੀਆਈ ਦਾ ਸਰਕੂਲਰ ਹੈ ਨਾ ਉਹਦੀ ਸਹੀ ਢੰਗ ਨਾਲ ਸਮਝ ਨਹੀਂ ਆਈ। ਔਰ ਜਿੰਨੀ ਓਪੋਜੀਸ਼ਨ ਪਾਰਟੀ ਇਸ ਟਾਈਮ ਦੇਸ਼ ਦੇ ਵਿੱਚ ਹੈਗੀ ਹੈ ਨਾ ਇੱਕ ਦੁਸ਼ਪ੍ਰਚਾਰ ਕਰਦੀਆਂ ਪਈਆਂ ਹੈਗੀਆਂ। ਜਦੋਂ ਸਰਕਾਰ ਖੁਦ ਕਹਿ ਰਹੀ ਹੈ, ਰਿਜ਼ਰਵ ਬੈਂਕ ਖੁਦ ਕਹਿ ਰਿਹਾ ਹੈ, ਬੈਂਕਿੰਗ ਸਿਸਟਮ ਖੁਦ ਕਹਿ ਰਿਹਾ ਕਿ ਲੀਗਲ ਟੈਂਡਰ ਹੈ ਤੇ ਫਿਰ ਡੈਫੀਨਿਟਲੀ ਉਹਦੀ ਵੈਲਿਊ ਖਤਮ ਨਹੀਂ ਹੋ ਗਈ। ਜੇ ਕੋਈ ਬੰਦਾ ਆਪਣੀ ਸੇਲ ਜਾਂ ਪਰਚੇਜ਼ ਲਈ ਉਹ 2000 ਰੁਪਏ ਦਾ ਨੋਟ ਲੈ ਲੈਂਦਾ ਹੈਗਾ ਵੈ ਔਰ ਜੇ ਉਹ ਜਾ ਕੇ ਬਾਅਦ ਚ ਬੈਂਕ 'ਚ ਡਿਪੋਜ਼ਿਟ ਕਰਾਂਦਾ ਬੈਂਕ ਉਹਨੂੰ ਲੀਗਲੀ ਐਕਸੈਪਟ ਕਰੇਗਾ, ਉਹਨੂੰ ਕੋਈ ਚੈਲੰਜ ਨਹੀਂ ਹੈਗਾ। ਹਾਂ ਚੈਲੰਜ ਉਹ ਲੋਕਾਂ ਨੂੰ ਹੋਗਾ ਜਿਹੜਾ ਬਲੈਕ ਮਨੀ ਦੇ ਵਿੱਚ ਡੀਲ ਕਰਦੇ ਪਏ ਹੈ, ਜਿਨ੍ਹਾਂ ਨੇ 2000 ਰੁਪਏ ਦੇ ਨੋਟ ਦਬਾ ਕੇ ਰੱਖੇ ਹੋਏ ਹੈ। ਬੜੀ ਵੱਡੀ ਕਰੰਸੀ ਦੇ ਵਿੱਚ ਕਰਪਸ਼ਨ ਦਾ ਪੈਸਾ ਹੈਗਾ ਵੈ। ਉਹਨਾਂ ਲੋਕਾਂ ਨੂੰ ਆਉਣ ਵਾਲੇ ਟਾਈਮ ਤੇ ਬੜੀ ਡਿਫਿਕਲਟੀ ਆਉਣ ਵਾਲੀ ਹੈ ਜਿਨ੍ਹਾਂ ਨੇ 2000 ਦੇ ਨੋਟ ਕਰਪਸ਼ਨ ਦੇ ਜ਼ਰੀਏ ਕਮਾਏ ਔਰ ਦਬਾ ਕੇ ਰੱਖੇ ਹੋਏ ਹੈ। ਉਹ ਲੋਕ ਡੈਫੀਨਿਟਲੀ ਆਉਣ ਵਾਲੇ ਟਾਈਮ ਤੇ ਟਰਬਲ ਦੇ ਵਿੱਚ ਆਣਗੇ ਕਿਉਂਕਿ ਉਹਨਾਂ ਨੂੰ ਉਹ 2000 ਦੇ ਨੋਟਾਂ ਨੂੰ ਐਕਸਪਲੇਨ ਕਰਨ ਦਾ ਕੋਈ ਵੀ ਸੋਰਸ ਨਹੀਂ ਹੋਣਾ। ਉਹਨਾਂ ਲੋਕਾਂ ਵਾਸਤੇ ਇਹ ਮੁਸ਼ਕਿਲ ਆਏਗੀ। ਪਰ ਜਿਹੜਾ ਰੂਟੀਨ ਦਾ ਵਪਾਰੀ ਹੈ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 90% ਕਰੰਸੀ ਦੂਸਰੀ 500 ਦੀ 200 ਦੀ 100 ਦੇ ਨੋਟ ਦੀ ਵਰਤੋਂ ਹੋ ਰਹੀ ਹੈ, ਇਹ ਮਹਿਜ਼ 10% ਨੇ। 10 ਦੇ ਵਿੱਚੋਂ ਵੀ ਜੇ ਮੈਂ ਬਹੁਤਾ ਨਾ ਕਹਾਂ ਅੱਧ ਤਾਂ ਚਲੋ ਇਹ ਵੀ ਲੋਕਾਂ ਦਾ ਇੱਕ ਨੰਬਰ ਦਾ ਹੋਏਗਾ। ਜਿਵੇਂ ਪਹਿਲਾਂ ਕਰੰਸੀ ਦੇ ਵਿੱਚ 97% ਕਰੰਸੀ ਜਿਹੜੀ ਆ ਵਾਪਸ ਆ ਗਈ ਸੀਗੀ। ਸੋ ਕਹਿਣ ਤੋਂ ਭਾਵ ਜਿਹੜੀ 5% ਆ ਉਹ ਕਿੱਡਾ ਕੁ ਵੱਡੀ ਮਾਰ ਹੋਵੇਗੀ ਸਰਕਾਰ ਦੀ ਜਿਹੜਾ ਇਹ ਕੰਮ ਸ਼ੁਰੂ ਕੀਤਾ ਗਿਆ ਆਪਰੇਸ਼ਨ ਕਲੀਨ। ਤਾਲੀਵਾਲ ਜੀ ਮੈਂ ਇਹਨੂੰ ਨੰਬਰ 1 ਜਾਂ ਨੰਬਰ 2 ਦੇ ਵਿੱਚ ਨਹੀਂ ਲੈ ਰਿਹਾ ਹੈਗਾ ਜਾ ਕੇ। ਮੈਂ ਸਿਰਫ ਤੁਹਾਨੂੰ ਦੱਸਣਾ ਪਿਆ ਕਿ ਆਰਬੀਆਈ ਨੇ ਆਪਣੀ ਕਲੀਨਿੰਗ ਪਾਲਿਸੀ ਦੇ ਅੰਤਰਗਤ ਇਹਨੂੰ ਵਿਡਰਾ ਕੀਤਾ ਹੈਗਾ ਵਾ। ਨੰਬਰ 2 ਦੀ ਗੱਲ ਤੇ ਉਦੋਂ ਆਣੀ ਹੈ ਜੇ ਲੋਕਾਂ ਕਿਸੇ ਅਫਸਰਾਂ ਨੇ ਜਾਂ ਕਿਸੇ ਨੇ ਕਰਪਸ਼ਨ ਦਾ ਪੈਸਾ ਛੁਪਾ ਕੇ ਰੱਖਿਆ ਹੈ ਉਹਨੂੰ ਕੱਲ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਂ 'ਚ ਪ੍ਰੋਬਲਮ ਆਣੀ ਹੈ। ਜਿਹੜਾ ਵਪਾਰੀ ਹੈਗਾ ਵਾ ਉਹ ਆਪਣੇ ਸੇਵਿੰਗ ਅਕਾਊਂਟ ਕਰੰਟ ਅਕਾਊਂਟ ਦੇ ਵਿੱਚ
ਜਿੰਨਾ ਮਰਜ਼ੀ 2000 ਦਾ ਨੋਟ ਹੋਵੇ, ਜੇ ਉਹਦੀ ਬੈਲੈਂਸ ਸ਼ੀਟ ਦੇ ਵਿੱਚ ਉਹ ਰਿਫਲੈਕਟ ਕਰਦਾ ਪਿਆ, ਉਹ ਡਿਪੋਜ਼ਿਟ ਕਰਾ ਸਕਦਾ ਹੈਗਾ ਵੈ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਇੰਨੀ ਜ਼ਿਆਦਾ ਕੋਈ ਪ੍ਰੋਬਲਮ ਹੈਗੀ ਹੈ ਜਿੰਨਾ ਕਿ ਹੋ ਅੱਲਾ ਓਪੋਜੀਸ਼ਨ ਪਾਰਟੀਆਂ ਨਾਲ। ਚਲੋ ਠੀਕ ਹੈ, ਉਹ ਪੰਜਾਬ ਦੇ ਵਿੱਚ ਜਿਹੜੀ ਮੇਨ ਓਪੋਜੀਸ਼ਨ ਪਾਰਟੀ ਕਾਂਗਰਸ ਦੇ ਬੁਲਾਰੇ ਵੀ ਅਖੀਰ ਖਬਰ ਹਰਪ੍ਰੀਤ ਜੀ ਸਾਡੇ ਨਾਲ ਜੁੜ ਗਿਆ। ਹਰਪ੍ਰੀਤ ਜੀ ਤੁਹਾਡਾ ਸਵਾਗਤ ਹੈ। ਔਰ ਕਪੂਰ ਸਾਹਿਬ ਕਹਿ ਰਹੇ ਸੀਗੇ ਕਿ ਬਹੁਤਾ ਹੋ ਹੱਲਾ ਕਰਨ ਦੀ ਜ਼ਰੂਰਤ ਨਹੀਂ, ਇਹਦੇ ਨਾਲ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ। ਜਿਹੜਾ ਮੁੱਖ ਫਰਕ ਪਵੇਗਾ ਜਿਹੜੀ ਕਾਲਾ ਬਾਜ਼ਾਰੀ ਹੈ, ਜਿਹੜਾ ਕਾਲਾ ਧਨ ਹੈ, ਜਿਨ੍ਹਾਂ ਕੋਲੇ ਲੋਕਾਂ ਕੋਲੇ 2 ਨੰਬਰ ਦਾ ਕਮਾ ਕੇ ਰੱਖਿਆ ਜਮ੍ਹਾਂ ਹੋਇਆ ਪੈਸਾ ਹੈ, ਉਹਦੇ ਉੱਤੇ ਠੱਲ ਪਏਗੀ। ਧਾਲੀਵਾਲ ਸਾਹਿਬ ਗੱਲ ਪਤਾ ਕੀ ਹੈ ਵੀ ਕਪੂਰ ਸਾਹਿਬ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਇਹ ਜਿਹੜੇ ਡਾਕਟਰ ਸਾਹਿਬ ਬੈਠੇ ਨੇ, ਜਿਹੜੇ ਅਰਥ ਸ਼ਾਸਤਰੀ ਮਾਹਰ ਤੁਸੀਂ ਬਿਠਾਏ ਨੇ ਜੀ, ਇਹ ਵੀ ਕਿਤਾਬਾਂ ਵਾਹਵਾ ਪੜ੍ਹ ਕੇ ਆਏ ਲੱਗਦੇ ਨੇ। ਅਸਲੋਂ ਅੰਦਰੋਂ ਅਸਲੀਅਤ ਇਹਨਾਂ ਨੂੰ ਵੀ ਪਤਾ ਹੈ ਕਿ ਇਹ ਸਿਰਫ ਇਸ ਦੇਸ਼ ਦੀ ਇਕਨੋਮੀ ਨਾਲ ਐਕਸਪੈਰੀਮੈਂਟ ਹੋ ਰਹੇ ਨੇ। ਅੱਜ ਤੱਕ ਪਹਿਲਾਂ ਤਾਂ ਮੈਨੂੰ ਇਹ ਜਿਹੜੇ ਵਕੀਲ ਬਣ ਕੇ ਆਏ ਨੇ ਮੋਦੀ ਸਾਹਿਬ ਦੇ, ਕਪੂਰ ਸਾਹਿਬ ਸਾਡੇ ਸਤਿਕਾਰਯੋਗ ਮੇਰੇ ਭਰਾ ਨੇ, ਇਹ ਮੈਨੂੰ ਦੱਸ ਦੇਣ ਵੀ ਨੋਟਬੰਦੀ ਦਾ ਕੀ ਫਾਇਦਾ ਇਸ ਦੇਸ਼ ਨੂੰ ਹੋਇਆ, ਜਿਹੜਾ ਮੋਦੀ ਸਾਹਿਬ ਨੇ ਬੜਾ ਗੜਕ ਕੇ ਕਿਹਾ ਸੀ ਵੀ 50 ਦਿਨਾਂ ਦੇ ਅੰਦਰ ਅੰਦਰ ਮੈਨੂੰ ਫਾਂਸੀ ਲਾ ਦਿਓ ਜੇ ਤੁਹਾਨੂੰ ਮੈਂ ਕੋਈ ਬਹੁਤ ਵੱਡੇ ਫਾਇਦੇ ਨਾਲ ਇਕਨੋਮੀ ਦੇ ਵਿੱਚ ਕਰਾ ਕੇ ਦੇ ਸਕਿਆ, ਮੈਂ ਤੁਹਾਡੇ ਜਿਹੜੀ ਹੈ ਉਹ ਜ਼ਿੰਦਗੀ ਬਦਲ ਦੂੰਗਾ, ਲੋਕਾਂ ਦਾ ਜਿਹੜਾ ਹੈ ਸਟੇਟਸ ਜਿਹੜਾ ਫਾਈਨੈਂਸ਼ੀਅਲ ਸਟੇਟਸ ਅਪਗ੍ਰੇਡ ਹੋ ਜਾਊਗਾ, ਹੋਰ ਪਤਾ ਨਹੀਂ ਕੀ ਕੁਝ ਉਹਨਾਂ ਨੇ ਕਿਹਾ ਸੀ। ਤੇ ਨਾਲ ਇਹ ਵੀ ਗੱਲ ਕਹੀ ਸੀ ਕਿ 50 ਦਿਨਾਂ ਬਾਅਦ ਮੈਨੂੰ ਚੌਂਕ 'ਚ ਫਾਂਸੀ ਲਾ ਦਿਓ। ਕਿੰਨੀ ਵਾਰ ਇਹ ਪੇਸ਼ ਹੋਇਆ ਚੌਂਕ 'ਚ ਫਾਂਸੀ ਲੱਗਣ ਲਈ, ਕਿੰਨੀ ਵਾਰ ਇਹਨਾਂ ਨੇ ਨੋਟਬੰਦੀ ਦੇ ਫਾਇਦੇ ਗਿਣਾਏ ਆ, ਕਿਹੜੇ ਫਾਇਦੇ ਗਿਣਾਏ ਆ। ਅੱਜ ਤੱਕ ਇੱਕ ਫਾਇਦਾ ਭਾਰਤੀ ਜਨਤਾ ਪਾਰਟੀ ਦੇ ਆਗੂ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਜਾਂ ਜਿਹੜੇ ਸਾਡੇ ਮੀਡੀਆ ਪੈਨਲਿਸਟ ਭਰਾ ਬਣ ਕੇ ਆਉਂਦੇ ਨੇ, ਇਹ ਇੱਕ ਫਾਇਦਾ ਨਹੀਂ ਗਿਣਾ ਸਕੇ। ਇਹ ਉਸ ਮਾਮਲੇ ਤੇ ਗੋਲ ਗੱਲਾਂ ਸਿਰਫ ਕਰਦੇ ਨੇ। ਹੁਣ ਅੱਜ ਜਿਹੜੀ ਇਹ ਗੱਲ ਹੋ ਰਹੀ ਹੈ, ਜਿਹੜਾ ਇਹ ਨਵਾਂ ਇਹਨਾਂ ਨੇ ਉਸ਼ਕਲਾ ਪੱਟਿਆ ਹੈ, 2000 ਦੇ ਨੋਟ ਬੰਦ ਕੀਤੇ ਹੈ, ਇਹ ਕਰਨੇ ਪੈਣੇ ਸੀ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਇਹ ਕਰਨੇ ਪੈਣੇ ਸੀ ਬੰਦ, ਇਹ ਕਿਉਂਕਿ ਇੱਕ ਬਹੁਤ ਵੱਡੀ ਨਲਾਇਕੀ ਜਿਸ ਵੇਲੇ ਨੋਟਬੰਦੀ ਕੀਤੀ ਗਈ ਸੀ, ਉਸ ਵੇਲੇ 2000 ਦਾ ਨੋਟ ਜਾਰੀ ਕਰਨਾ ਇੱਕ ਬਹੁਤ ਵੱਡੀ ਨਲਾਇਕੀ ਸੀ। ਉਦੋਂ ਇਹ ਨਲਾਇਕੀ ਕੀਤੀ ਤੇ ਹੁਣ ਉਸ ਜਿਹੜਾ ਖਲਾਰਾ ਇਹਨਾਂ ਨੇ ਉਸ ਵੇਲੇ ਪਾਇਆ ਸੀ, ਇਹ ਉਸ ਨੂੰ ਸਮੇਟਿਆ ਜਾ ਰਿਹਾ, ਹੋਰ ਕੁਝ ਨਹੀਂ ਹੋ ਰਿਹਾ। ਕਿਉਂਕਿ ਜਦੋਂ ਕਾਲਾ ਧਨ ਬੰਦ ਕਰਨ ਦੀ ਆਉਂਦੀ ਗੱਲ ਤੇ ਆਮ ਤੌਰ ਤੇ ਅਸੀਂ ਕੈਸ਼ਲੈਸ ਪਾਲਿਸੀਜ਼ ਦੀ ਗੱਲ ਕਰਦੇ ਹਾਂ। ਕੈਸ਼ਲੈਸ ਪਾਲਿਸੀਜ਼ ਜਿਹੜੀਆਂ ਉਹ ਅਪਲਾਈ ਕੀਤੀਆਂ ਜਾਣ ਤੇ ਕਾਲਾ ਧਨ ਖਤਮ ਕੀਤਾ ਜਾ ਸਕਦਾ, ਘਟਾਇਆ ਜਾ ਸਕਦਾ, ਰੋਕ ਲੱਗ ਸਕਦੀ ਹੈ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਪਹਿਲਾਂ ਤਾਂ ਨੋਟਬੰਦੀ ਕੀਤੀ ਬੜੀ ਜਲਦਬਾਜ਼ੀ 'ਚ, ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੇ ਉਸ ਨੂੰ ਲੁਕਾ ਕੇ ਕਿਸੇ ਨੂੰ ਪਤਾ ਨਾ ਲੱਗ ਜੇ, ਮਤਲਬ ਕਿਸੇ ਦੀ ਸਲਾਹ ਨਹੀਂ ਲਈ, ਕਿਸੇ ਸਿਆਣੇ ਅਰਥ ਸ਼ਾਸਤਰੀ ਨੂੰ ਨਹੀਂ ਪੁੱਛਿਆ। ਡਾਕਟਰ ਮਨਮੋਹਨ ਸਿੰਘ ਬਹੁਤ ਵੱਡੇ ਅਰਥ ਸ਼ਾਸਤਰੀ ਨੇ, ਉਹਨਾਂ ਦੇ ਗਿਆਨ ਦਾ ਲੋਹਾ ਦੁਨੀਆ ਮੰਨਦੀ ਹੈ। ਈਵਨ ਕਿ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਈ ਵਾਰ ਬਿਆਨ ਦੇ ਚੁੱਕੇ ਕਿ ਡਾਕਟਰ ਮਨਮੋਹਨ ਸਿੰਘ ਵਰਗਾ ਜਿਹੜਾ ਨੀਤੀਵਾਨ ਅਰਥ ਸ਼ਾਸਤਰ ਦੇ ਮਾਮਲੇ ਦੇ ਵਿੱਚ ਦੂਸਰਾ ਸਾਡੇ ਕੋਲ ਨਹੀਂ ਹੈ। ਤੇ ਉਹਨਾਂ ਨੇ ਵੀ ਉਦੋਂ ਇਹ ਬਿਆਨ ਦਿੱਤਾ ਸੀ ਕਿ ਦੇਸ਼ ਲਈ ਬਹੁਤ ਘਾਟੇ ਦਾ ਸੌਦਾ ਹੋਏਗਾ ਜਿਹੜੀ ਇਹ ਨੋਟਬੰਦੀ ਕੀਤੀ ਗਈ ਆ। ਉਸ ਦੇ ਨਤੀਜੇ ਸਾਨੂੰ ਉਦੋਂ ਹੀ ਦੇਖਣੇ ਨਜ਼ਰ ਆ ਰਹੇ ਸ਼ੁਰੂ ਹੋ ਗਏ ਸੀ, ਕਿਉਂਕਿ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਲੋਕਾਂ ਦੀ ਖੱਜਲ ਖੁਆਰੀ ਹੋਈ, ਜਿਸ ਤਰੀਕੇ ਨਾਲ ਇਨਫਲੇਸ਼ਨ 'ਚ ਵਾਧਾ ਹੋਇਆ, ਜਿਸ ਤਰੀਕੇ ਨਾਲ ਲੋਕਾਂ ਦੇ ਕਾਰੋਬਾਰਾਂ ਦਾ ਨੁਕਸਾਨ ਹੋਇਆ, ਤੇ ਨੌਕਰੀਆਂ 'ਚੋਂ ਮਜਬੂਰਨ ਬਹੁਤ ਸਾਰੇ ਕੰਪਨੀਆਂ ਨੂੰ ਮਜਬੂਰਨ ਆਪਣੇ EMPLOYEES ਨੂੰ, ਕਿਉਂਕਿ ਕਾਰੋਬਾਰ ਖਤਮ ਹੋ ਗਏ, ਘਟ ਗਏ, ਬਹੁਤ ਸਾਰੇ EMPLOYEES ਨੂੰ ਵਿਹਲੇ ਕਰਨਾ ਪਿਆ, ਬੇਰੁਜ਼ਗਾਰੀ ਦੀ ਦਰ ਵਧੀ, ਜੋ ਅਸੀਂ ਦੇਖਿਆ ਭੁਗਤਿਆ ਉਹ ਸਾਰਿਆਂ ਨੂੰ ਪਤਾ। ਮੈਨੂੰ ਇਸ ਨੂੰ ਦੁਬਾਰਾ ਰਿਪੀਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਲੇਕਿਨ ਉਸ ਤੋਂ ਬਾਅਦ ਇਹਨਾਂ ਨੂੰ ਯਕਦਮ, ਕਿਉਂਕਿ ਫੀਲਡ ਦੇ ਵਿੱਚ, ਮਾਰਕੀਟ ਦੇ ਵਿੱਚ ਕੈਸ਼ ਫਲੋ ਬਿਲਕੁਲ ਖਤਮ ਹੋ ਗਿਆ ਸੀ ਇਹਨਾਂ ਦੀ ਨਲਾਇਕੀ ਦੇ ਕਰਕੇ, ਔਰ ਜਿਸ ਤਰੀਕੇ ਦੀ ਤਰਾਸਦੀ ਇੱਕ ਸਾਡੇ ਦੇਸ਼ ਨੂੰ ਭੁਗਤਣੀ ਪਈ ਸੀ, ਤੇ ਉਸ ਨੂੰ ਕੰਟਰੋਲ ਕਰਨ ਲਈ ਯਕਦਮ ਇਹਨਾਂ ਨੂੰ 2000 ਦਾ ਨੋਟ ਲਿਆਉਣਾ ਪਿਆ। ਤੁਹਾਨੂੰ ਯਾਦ ਹੋਣਾ ਕਿ ATM ਮਸ਼ੀਨਾਂ ਜਿਹੜੀਆਂ ਉਹ ਵੀ ਉਹ ਨੋਟ ਨਹੀਂ ਚੱਕਦੀਆਂ ਸੀ, ਤੇ ਇਹਨਾਂ ਨੂੰ ਫਿਰ ਮਜਬੂਰਨ ATM ਮਸ਼ੀਨਾਂ ਦੇ ਨਾਪ ਲੈਂਦੇ ਫਿਰਦੇ ਸੀ ਕਿ ਨੋਟ ਦੇ ਨਾਪ ਦੀਆਂ ਟਰੇਆਂ ਬਣਾਈਆਂ ਜਾਣ ਤਾਂ ਕਿ ATM ਜਿਹੜੇ ਆ ਉਹ ਸਹੀ ਤਰੀਕੇ ਨਾਲ ਕੰਮ ਕਰ ਸਕਣ। ਇਸ ਤੋਂ ਵੱਡੀ ਨਲਾਇਕੀ ਦਾ ਕਿਸੇ ਸਰਕਾਰ ਦਾ ਕੀ ਸਬੂਤ ਹੋ ਸਕਦਾ? ਜਦੋਂ ਕੱਪੜੇ ਸਵਾ ਲੈਣ ਤੇ ਨਾਪ ਲਿਆ ਨਾ ਹੋਵੇ ਵੀ ਨਾਪ ਦੇ ਹੈਗੇ ਨੇ, ਪਜਾਮਾ ਪੂਰਾ ਆ ਜਾਊਗਾ ਕਿ ਨਹੀਂ। ਤੇ ਮਤਲਬ ਇਹ ਹੈ ਕਿ ਇਹ ਉਦੋਂ ਜਿਹੜੀ ਜਲਦਬਾਜ਼ੀ ਦੇ ਵਿੱਚ ਫੈਸਲਾ ਲਿਆ ਗਿਆ ਸੀ 2000 ਨੋਟ ਕੱਢਣ ਦਾ, ਔਰ ਉਸ 2000 ਦੇ ਨੋਟ ਨੂੰ ਕੱਢਣ ਦੇ ਨਾਲ ਜਿਹੜੀ ਬਲੈਕ ਮਨੀ ਦੇ ਵਿੱਚ ਵਾਧਾ ਹੋਇਆ। ਹੁਣ ਇਹ ਇਹਨਾਂ ਨੇ ਜਾਣਬੁੱਝ ਕੇ ਕੀਤਾ ਕਿ ਇਹਨਾਂ ਨੇ ਗਲਤੀ ਸੀ, ਕਿ ਇਹ ਮੰਨਣਗੇ ਤਾਂ ਬਿਲਕੁਲ ਵੀ ਨਹੀਂ ਕਿ ਅਸੀਂ। ਚਲੋ ਮੈਂ ਚੁੱਗ ਸਾਹਿਬ ਨੂੰ ਪੁੱਛਣਾ ਚਾਹੂੰਗਾ, ਇੱਥੇ ਚੁੱਗ ਸਾਹਿਬ ਨੂੰ ਬਾਤ ਪੁੱਛਣੇ ਮੈਨੂੰ ਇੱਕ ਮਿੰਟ ਮੇਰੀ ਲਾਈਨ ਕੰਪਲੀਟ ਕਰ ਲੈਣ ਦਿਓ। ਮੇਰਾ ਕਹਿਣ ਤੋਂ ਭਾਵ ਇਹ ਹੈ ਧਾਲੀਵਾਲ ਸਾਹਿਬ, ਇਹ ਮੰਨਣਗੇ ਕਦੇ ਨਹੀਂ
ਵੀ ਸਾਡੀ ਨੀਅਤ ਖੋਟ ਸੀ ਜਾਂ ਅਸੀਂ ਬੇਵਕੂਫੀ ਕੀਤੀ ਹੈ, ਨਲਾਇਕੀ ਕੀਤੀ ਹੈ, ਇੱਕ ਬੇਵਜ੍ਹਾ ਦਾ ਫਾਲਤੂ ਦਾ ਐਕਸਪੈਰੀਮੈਂਟ ਕੀਤਾ। ਲੇਕਿਨ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਇਸ ਦੇਸ਼ ਦੇ ਲੋਕਾਂ ਨੂੰ ਪਹੁੰਚਾ ਦੇਣਾ ਚਾਹੁੰਦਾ ਮੈਸੇਜ ਕਿ ਇਸ ਦਾ ਦੇਸ਼ ਨੂੰ ਨੁਕਸਾਨ ਹੋਇਆ ਸੀ। ਅੱਜ ਜੇ ਦੁਬਾਰਾ ਹੁਣ ਇਹ ਜਿਹੜਾ ਕੰਮ ਚੱਲ ਰਿਹਾ ਇਹਦੇ ਨਾਲ ਦੁਬਾਰਾ ਹੋਰ ਨੁਕਸਾਨ 'ਚ ਵਾਧਾ ਹੀ ਹੋ ਰਿਹਾ, ਹੋਰ ਇਹ ਕੁਛ ਨਹੀਂ ਇਹ, ਲੇਕਿਨ ਕਰਨਾ ਪੈਣਾ ਮਜਬੂਰੀ ਸੀ ਕਿਉਂਕਿ ਉਦੋਂ ਦੀ ਜਿਹੜੀ ਕੀਤੀ ਨਲਾਇਕੀ ਸੀ ਇਹ ਉਹਦਾ ਸਿੱਟਾ। ਠੀਕ ਹੈ ਡਾਕਟਰ ਸਾਹਿਬ, ਇਹ ਪਹਿਲਾਂ ਵਾਲੀ ਕੀਤੀਆਂ ਗਲਤੀਆਂ ਦੇ ਉੱਤੇ ਪਰਦਾ ਪਾਉਣ ਲਈ ਇੱਕ ਹੋਰ ਗਲਤੀ ਕੀਤੀ ਜਾ ਰਹੀ है। ऐसा है, जो कंवर साहब क्लेम कर रहे हैं कि अर्थशास्त्री कहीं से किताबी ज्ञान लेकर आ जाते हैं, पहले मैं उनसे एक सिंपल सवाल पूछता हूँ। आप मेरे को ये बताइए, जो करेंसी हमारी इंडिया में छपती थी वो कौन सी कंपनी द्वारा छपती थी? मेरा पहला सवाल, बिना गूगल करे आप आंसर दीजिए। नहीं आंसर होगा। दूसरा देखो गल ये है, हाँ बताइए। सवाल का जवाब जिहड़ा हुंदा ना सवाल नहीं हुंदा अर्थशास्त्री साहब, सवाल का जवाब। मैं तो एक सिंपल आंसर पूछ रहा हूँ जी, कंपनी कौन सी थी? आपका जवाब नहीं है। मैनू तुसी ये जवाब दिओ, क्योंकि कंपनी आपको पता ही नहीं है। मैं आपको आंसर दे रहा हूँ। इस देश नू फायदा की होया? मैनू सिर्फ सिंपल सवाल का आंसर दे रहा हूँ चाहिए भी इस देश नू नोटबंदी का फायदा की होया? किहड़ी कंपनी तो छपदा सी, किहड़ी कंपनी का कागज आंदा सी, किहड़ी कंपनी की स्याही आंदी सी? ऊंचा बोलने से कोई फायदा नहीं होएगा। मैं आपको आंसर दे रहा हूँ। देश दे नागरिकां नू ये चाहिए है तुसी दसो नोटबंदी नाल फायदा की होया? नोटबंदी दे जेडे रिजल्ट्स जेडे है ऊंचा बोलने से फायदा नहीं होएगा। मैं आपको आंसर दूंगा, जब आप चुप होंगे तो मैं आंसर दूंगा। लोकां दे कारोबार खत्म हो गए, लोकां दी नौकरियां चलियां गईयां, लोकां दे जेडे है जीवन स्तर दे विच गिरावट आई। आप मेरे को बोलने का मौका देंगे तो मैं आपको आंसर दे पाऊंगा। नोट केड़ी आप मेरे को मौका देंगे, चलो ਉਹਦਾ ਜਵਾਬ ਲੈ ਲਓ। ਖਬਰ ਜੀ कंपनी दी स्याही वरती जांदी, किहड़े कागज वरते, इन्हां चों की लेना सी यार? सानू ये दसो नोटबंदी दा फायदा इस देश नूं की होया? बस लेना है। मैनू दसो देश नूं आपके की सवाल फायदा में होया? आप मैनू इधर उधर दी गल्लां देखो, गल नूं घुमाओ ना, ना आप इस 2 डिबेट मिनट दा शांत टाइम रहेंगे, मैं आपको मैं आंसर दूंगा। रोज डिबेटां चलना, मेरा यही काम है। ਤੁਸੀਂ ਅੱਜ ਪਹਿਲੀ ਵਾਰ ਆਏ ਹੋਏ ਹੋਗੇ, लेकिन ਇਹ डिबेटां ਦੇ ਵਿੱਚ टाइम वेस्ट ਕਰਨ ਜਿਹੜੇ ਤੁਹਾਡੇ ਵਰਗੇ ਆਉਂਦੇ ਉਹਨਾਂ ਨੂੰ मैं रोज मिलदा। आपने मुझे पहली बार देखा, इसका मतलब ये नहीं कि मैं पहली बार आया हूं। अब सुन लेकिन लो, ਤੁਸੀਂ ਮੈਨੂੰ 2 ਗੱਲ ਦਾ मिनट के लिए ਸਿੱਧਾ मेरे को ਜਵਾਬ मौका ਦਿਓਗੇ दीजिए। ਜੀ? ਮੈਂ ਜਿਹੜਾ ਸਵਾਲ ਪੁੱਛਿਆ ਮੈਨੂੰ आपको ਕਿਰਪਾ ਕਰਕੇ सीधा ਉਹਦਾ ही ਜਵਾਬ आंसर- ਦਿਓ। ਮੈਂ ਬੜੇ ਅਦਬ ਤੇ ਸਤਿਕਾਰ ਨਾਲ ਵਿਦ ਡਿਊ ਰਿਸਪੈਕਟ ਮੈਂ ਤੁਹਾਨੂੰ ਸਵਾਲ ਪੁੱਛਦਾ ਕਿ ਇਸ ਦੇਸ਼ ਨੂੰ ਨੋਟਬੰਦੀ ਦਾ ਫਾਇਦਾ ਕੀ ਹੋਇਆ? ਉਹਦਾ ਜਵਾਬ ਦੇ ਦਿਓ ਬਸ। कंवर साहब, अब मेरे को आराम से सुनना जी। हमने जो करेंसी हिंदुस्तान में छापी थी, उस करेंसी का दिया था डेलारियो कंपनी को, जो इटालियन कंपनी थी। वो डेलारियो कंपनी ने जो करेंसी का जो पेपर था और जो थ्रेड था उसकी आउटसोर्सिंग उसने पाकिस्तान को कर दी थी। पाकिस्तान से वो सारी फेक करेंसी छपी थी और वो फेक करेंसी हिंदुस्तान के आरबीआई और बैंकिंग सेक्टर के एटीएम से निकली थी। ये मेरी रिपोर्ट नहीं है, मिनिस्ट्री ऑफ फाइनेंस की रिपोर्ट है, कांग्रेस के जमाने की, जब प्रणब मुखर्जी साहब फाइनेंस मिनिस्टर थे। मेरी रिपोर्ट नहीं, आप पढ़ लेना। अब मैं आपको नेक्स्ट स्टेप बता रहा हूं। जब से हमने डीमोनेटाइजेशन किया, उसी के कारण पाकिस्तान की जो हालत हुई है, जो आप टेररिस्ट एक्टिविटी की बात कर रहे हैं और जो पाकिस्तान की हालत है, उसी कारण हुई है क्योंकि हमने डीमोनेटाइजेशन किया। क्योंकि गूगल कर लेना, आपको मिल जाएगा। हिंदुस्तान की प्रिंटिंग करेंसी की जो मशीन है वो उस जमाने में पाकिस्तान को गिफ्ट करी गई थी। ये मेरी रिपोर्ट नहीं है, सब कुछ मिनिस्ट्री ऑफ फाइनेंस की रिपोर्ट है और वो उनके म्यूजियम में पड़ी हुई है डीमोनेटाइजेशन के बाद। पॉइंट नंबर 1, ये आपको पहला सवाल का जवाब दिया कि क्या फायदा हुआ। अब दूसरा फायदा क्या हुआ? अच्छा, जवाब नहीं। आपने मिनिस्ट्री ऑफ फाइनेंस की यानी कि रिपोर्ट ही नहीं पढ़ी। प्रणब मुखर्जी साहब फाइनेंस मिनिस्टर थे। रिसेशन चल रहा है, कनाडा ਦੇ ਵਿੱਚ ਵੀ रिसेशन आ गया, अमेरिका 'ਚ भी रिसेशन आ गया, वो भी नोटबंदी करके आ गया। अब आप कनाडा यूएस पहुंच गए, मैं उसकी भी पूरी तसल्ली करा दूंगा। आप जो पहले सवाल पूछ रहे हैं उसका आंसर करके फेल हुए है, ਉਹਨਾਂ ਨੂੰ ਇੰਟਰਨੈਸ਼ਨਲ ਜਿਹੜੀ ਮਦਦ ਮਿਲਦੀ ਸੀ फाइनेंशियल, कनाडा यूएस पहुंच गए, मैं उसकी बात करूं। ਉਹਦੇ ਕਰਕੇ ਮੈਂ ਹੈਰਾਨੀ ਦੀ ਗੱਲ ਹੈ ਯਾਰ, ਤੁਸੀਂ ਦੱਸੋ क्या ਮੈਨੂੰ समझ नहीं कनाडा यूएस पहुंच गए, वहां की बात करूं कि की है? ये कोई जवाब है? धालीवाल साहब, या तो इनसे कहो कि सवाल पूछें, तो मैं सवाल का आंसर देता हूं। अब ये यूएस में पहुंच गया, मैं यूएस ਚਲੋ की बात ਇੱਕ ਵਾਰੀ ਗੱਲ ਪੂਰੀ ਕਰ ਲੈਣ ਦਿਓ ਹਰਪ੍ਰੀਤ ਜੀ ਉਹਨਾਂ ਦੀ, ਇੱਕ ਵਾਰੀ ਗੱਲ ਪੂਰੀ ਕਰ ਲੈਣ ਦਿਓ, ਫਿਰ ਆਪਾਂ ਸਾਰੇ ਤੁਹਾਡੀ ਆਪਣੀ ਫਾਈਨੈਂਸ਼ੀਅਲ ਹਾਲਤ ਕਿੱਥੇ ਹੈ? ਤੁਹਾਡੇ ਆਪਣੀ ਫਾਈਨੈਂਸ਼ੀਅਲ ਹਾਲਤ ਦੀ ਗੱਲ ਨਹੀਂ ਕਰਦੇ ਅਸੀਂ ਜੀ। ਦੇਖੋ ਉਹਨਾਂ ਨੂੰ ਭੁੱਖੇ ਮਰਨਾ ਚਾਹਤੇ हैं, ਕਿਹੜੀਆਂ ਗੱਲਾਂ ਨੇ ਯਾਰ ਇਹ? आप सुनना नहीं चाहते, श्रीलंका आप ਦੇ ਵੀ ਤਾਂ यूएस ਹੋ कनाडा कहां पहुंच गए अभी? ਇੱਕ ਮਿੰਟ, ਨਹੀਂ ਮੈਨੂੰ ਤੁਸੀਂ ਦੱਸੋ, ਸ਼੍ਰੀਲੰਕਾ ਦੀ ਇਕਨੋਮੀ ਕੋਲੈਪਸ ਕਰ ਗਈ, ਉਹ ਵੀ ਇਸੇ ਕਰਕੇ ਹੋ ਗਈ? ਇਹ ਕੋਈ ਗੱਲਾਂ ਨੇ ਯਾਰ ਕਰਨੀਆਂ? ਦੱਸੋ ਕਿਉਂ ਤੁਸੀਂ ਪੜ੍ਹੇ ਲਿਖੇ ਹੋ ਯਾਰ, ਚੰਗਾ ਨਹੀਂ ਲੱਗਦਾ। पूरी करूंगा, ਮੈਨੂੰ ਤੁਸੀਂ ਜਵਾਬ ਦੇ ਦਿਓ। ਫਿਰ श्रीलंका ਦੀ इकोनॉमी क्यों कोलैप्स कर गई? एक सवाल करके
पॉज होंगे तो मैं आंसर दूंगा। मैं पूछ रहा हमें ना, श्रीलंका की ਤੁਸੀਂ इकोनॉमी ਦੱਸੋ ਫਿਰ डिस्कस श्रीलंका करनी ਦੀ है, ਇਕਨੋਮੀ हिंदुस्तान की ਕਿਉਂ पहले ਚਲੋ develop ਹਰਪ੍ਰੀਤ ਜੀ करो। ਪਹਿਲਾਂ ਨੋਟਬੰਦੀ ਦਾ ਹਰਪ੍ਰੀਤ ਜੀ ਮੈਂ ਆਨਸਰ ਦੇ ਗੱਲ ਪੂਰੀ ਤਾਂ ਕਰ ਲੈਂਦੇ, ਇੱਕ ਵਾਰੀ ਗੱਲ ਪੂਰੀ ਕਰ ਲੈਂਦੇ। ਹਰ ਗੱਲ ਠੀਕ। ਪਾਕਿਸਤਾਨ, ਹਰ ਗੱਲ ਪਾਕਿਸਤਾਨ ਇਦਾਂ ਯਾਰ ਚੰਗਾ ਨਹੀਂ ਲੱਗਦਾ। ਆਪਣੇ ਦੇਸ਼ ਦੀ ਹਾਲਤ ਦੇਖ ਲਓ, ਆਪਣੀ ਇਕਨੋਮੀ ਦੇਖ ਲਓ, ਆਪਣਾ ਫਾਈਨੈਂਸ਼ੀਅਲ ਸਟੇਟਸ ਦੇਖ ਲਓ। ਉਹਨਾਂ ਦਾ ਜੇ ਖਰਾਬ ਹੋ ਗਿਆ ਉਹਦੇ ਹੋਰ 100 ਰੀਜ਼ਨ ਨੇ। आप देख सकते हैं हमारी इकोनॉमी हो गया यार। जो मैं आपको आंसर दे रहा हूँ, देख हमारी रहे हैं, देख इकोनॉमी सकते हैं कि देख ही रहे हैं 2014, हजूर। आप एक तो सुनना ही नहीं चाहते, एक तो एक थोड़ी देर के लिए शांत होंगे तो सुनाओ मेरी जी, बात सुनाओ सुनेंगे हमारे, ना। सुनाओ सुनाओ। 2013 में हिंदुस्तान बॉटम 5 ऑफ द इकोनॉमी में था, आज के डेट में टॉप 5 ऑफ द इकोनॉमी में है। जीडीपी के मुताबिक, जीडीपी ग्रोथ के मुताबिक हम हिंदुस्तान टॉप नंबर इकोनॉमी पे है। अब आप जो कह रहे हैं महंगाई बढ़ी, आप मेरे को महंगाई का दर बता सकते हैं? रियल इंटरेस्ट रेट और रियल जीडीपी ग्रोथ हिंदुस्तान की कितनी है? क्योंकि आपने कहा ना महंगाई बढ़ी, तो 2014 के बाद या 2016 के बाद आप कह रहे हैं महंगाई बढ़ी। मेरे को आप रियल इंटरेस्ट रेट और रियल जीडीपी ग्रोथ रेट बताइए, आपको महंगाई का आंसर मिल जाएगा। नहीं आंसर मैं देता हूं आपको आंसर, मैं तो आपको इसलिए पूछ रहा हूं। नहीं मैंने दस देन दिओ ना, ਤੁਸੀਂ ਪੁੱਛਿਆ ਤੇ ਮੈਂ ਦੱਸ ਦੇਣਾ। ਮੈਨੂੰ ਤਾਂ ਇੰਨਾ ਪਤਾ ਹੈ ਕਿ ਅੱਜ ਪੈਟਰੋਲ ਡੀਜ਼ਲ ਦੀ ਕੀਮਤ 2014 ਦੇ ਮੁਕਾਬਲੇ ਡਬਲ ਹੈ। ਇਹ ਖਾਣ ਵਾਲੇ ਤੇਲ ਉਦੋਂ ਨਾਲੋਂ 3 ਗੁਣਾ ਮਹਿੰਗੇ ਨੇ। ਸੁਣ ਲਓ, ਹੁਣ ਤੁਸੀਂ ਜੇ ਪੁੱਛਿਆ ਤਾਂ ਜਵਾਬ ਲੈ ਲਓ ਨਾ। ਅੱਜ नेचुरल गैस ਜਿਹੜੀ आप महंगाई का दर बताइए, आप महंगाई का दर बताइए, महंगाई के दर में आप महंगाई का दर बताइए, महंगाई के दर को देखा जाए। ਮੈਨੂੰ ਜਵਾਬ ਦੇ ਲੈਣ ਦਿਓ, ਜਾਂ ਤਾਂ ਪੁੱਛਿਆ ਤਾਂ ਫਿਰ ਪੁੱਛ ਲਓ। आपका जवाब गलत है, आप पेट्रोल डीजल पे जा रहे हैं। आपके घर में पेट्रोल डीजल आपकी आमदनी का कितना परसेंटेज लगता है? ਕਿੱਧਰ ਨੂੰ ਦੁਨੀਆ ਜਾ ਰਹੀ ਹੈ, ਲੋਕਾਂ ਦਾ ਸਟੇਟਸ ਕਿੱਥੋਂ ਕਿੱਥੇ ਆ ਗਿਆ। कितना महंगाई है, मैं वही तो पूछ रहा हूँ, महंगाई हिंदुस्तान की कितनी है आपको पता है? महंगाई वकालत कर रहे हो, क्यों कर रहे हो? सर मैं आपसे ਕੀ ਮਿਲ पूछ ਰਿਹਾ रहा हूँ महंगाई कितनी है? सर आप मेरे से आंसर नहीं दे रहे, मैं कह रहा हूँ महंगाई ਦੱਸ कितनी है? ਰਿਹਾ 2 ਤੋਂ 3 ਗੁਣੀ ਮਹਿੰगाई हो गई है हजूर। हजे किस तरह की 2 से 3 गुना। आपको डाटा नहीं पता जी, हमारा कंज्यूमर प्राइस अच्छा। इंडेक्स 12% से 6% पे आ गया है। यानी आप कह रहे 2 से 3 गुना हो गई, मैं कह रहा हूँ आधी हो गई। ਅੰਕੜੇ ਨੇ, ਅੰਕੜਿਆਂ ਦੀ ਖੇਡ 'ਚ ਮੈਂ ਨਹੀਂ ਜਾਂਦਾ। ਮੈਂ ਤਾਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ। ਅੰਕੜਿਆਂ ਦੀ ਖੇਡ अगर आप आंकड़ों के खेल में जा रहे हैं थोड़ी देर पब्लिक ने जो कुछ यानी लेना इसका मतलब अब आप ना आंकड़ों कुछ के ऊपर लेना। विश्वास नहीं करेंगे। ਇਹ ਅੰਕੜਿਆਂ ਦੀ ਖੇਡ इसका मतलब आप दिखानी। आंकड़ों ना, के भी ਤੁਸੀਂ- मैं आपको ये आंसर देना चाहता हूँ, मैं प्रूव ये सीधा करना सीधा चाहता हूँ जवाब कि दे रहे हो ना। थ्योरेटिकल हम नहीं, ये थ्योरेटिकल चीज़ आप है जो ऑटोमोबाइल डिबेट का सेक्टर सिर्फ ਦੇ ਵਿੱਚ ऊर्जा बोल देखो। रहे हैं। आपको अगर डाटा मैं को कह लेना है रहा तो डाटा में आपको क्योंकि आंसर साहब दे मैं रहा हूँ। बड़े आप डाटा प्यार को ਨਾਲ सुनिए, बड़े सत्कार मैं ਨਾਲ आपको ਤੁਹਾਨੂੰ ਬੇਨਤੀ ਕਰ ਰਿਹਾ। मैं भी ਤੁਸੀਂ ਜਾਓ आपको इज्जत से ਆਟੋਮੋਬਾਈਲ आपको ਸੈਕਟਰ आंसर ਦੇ दे ਵਿੱਚ रहा ਜਾ ਕੇ ਦੇਖੋ, ਜਿਹੜੀ ਕਾਰ 10 ਲੱਖ ਦੀ ਸੀ ਅੱਜ 20 ਹੋ ਗਈ ਹੈ। ਕਿਉਂ ਹੋਈ ਹੈ? ਹਰ ਸੈਕਟਰ 'ਚ ਦੇਖੋ, ਮਹਿੰਗਾਈ ਦਾ ਹਾਲ ਦੇਖੋ। ਲੋਕਾਂ ਕੋਲ ਕਾਰੋਬਾਰ ਨਹੀਂ ਹੈ, ਰੋਜ਼ਗਾਰ ਨਹੀਂ ਹੈ। आप सुनने के मूड में ਲੋਕਾਂ ਦਾ नहीं है। ਜਿਹੜਾ ਜੀਵਨ ਪੱਧਰ ਕਿੰਨਾ ਥੱਲੇ ਆ ਗਿਆ, ਹਜੇ ਤੁਹਾਨੂੰ ਮਹਿੰਗਾਈ ਨਹੀਂ ਨਜ਼ਰ ਆ ਰਹੀ। ਯਾਰ ਕਮਾਲ ਦੀ ਗੱਲ ਹੈ। हमारा पर कैपिटा इनकम, हमारा पर ਲੋਕਾਂ कैपिटा ਨੂੰ ਸਾਰੀ ਗੱਲ इनकम ਪਤਾ ਲੱਗ में ਗਈ डबल हुआ ਹੈ। है। ਮੈਂ ਤੁਹਾਡੀ ਗੱਲ 'ਚ ਨਹੀਂ हमारा ਬੋਲਣਾ, per capita income ਲੋਕਾਂ ਨੂੰ डबल हुआ है। ਅਸਲੀਅਤ ਸਾਰੀ ਪਤਾ ਲੱਗ ਗਈ ਹੈ। ਜੋ ਮੈਂ ਦੱਸਣਾ ਚਾਹੁੰਦਾ ਸੀ ਉਹ ਮੈਂ ਦੱਸ ਚੁੱਕਿਆ। ਗੱਲ ਇਹ ਆ ਵੀ ਹੁਣ ਤੁਸੀਂ ਨਹੀਂ ਮੰਨਣਾ ਤੇ ਮੈਂ ਉਹ ਕਹਿੰਦੇ ਨਾ ਸੁੱਤੇ ਨੂੰ ਕੋਈ ਜਗਾ ਸਕਦਾ, ਜਿਹੜਾ ਮਚਲਾ ਹੋ ਕੇ ਪਿਆ ਹੋਵੇ ਉਹਨੂੰ ਜਿੰਨੇ ਮਰਜ਼ੀ ਭਾਵੇਂ ਠੁੱਡੇ ਮਰੀ ਜਾਓ, ਉਹਨੇ ਨਹੀਂ ਜਾਗਣਾ। ਤੁਸੀਂ ਤਾਂ ਉਹ ਕੰਮ ਕਰ ਰਹੇ ਹੋ, ਤੁਸੀਂ ਕਰੀ ਜਾਓ। अगर आपको गालियां देनी है आप डिबेट ना करें, क्योंकि अगर मैं आप बिल्कुल डाटे के गालियां नहीं ऊपर दे रहा, डिबेट बिल्कुल करें, गलत गल ना आपके करो। डिबेट के लिए डाटा है नहीं। ਕਿਉਂਕਿ आपके ਸਾਹਿਬ डिबेट के ਮੈਂ लिए डाटा ਬਹੁਤ है नहीं। ਡਿਊ ਰਿਸਪੈਕਟ ਦੇ ਤਰੀਕੇ ਨਾਲ ਗੱਲ ਕਰ ਰਿਹਾ। ਤੁਹਾਨੂੰ ਸ਼ਾਇਦ ਮੇਰੀ ਲੈਂਗੁਏਜ ਸਮਝ ਨਹੀਂ ਆ ਰਹੀ। ਤੁਸੀਂ ਧਾਲੀਵਾਲ ਸਾਹਿਬ ਨੂੰ ਪੁੱਛੋ, ਮੈਂ ਇੱਕ ਵੀ ਮਾੜੀ ਲਫ਼ਜ਼ ਨਹੀਂ मेरे को ਵਰਤਿਆ। लैंग्वेज समझ आ ਤੁਸੀਂ रही ਪੁੱਛ है ਲਓ जी, मैं ਕਪੂਰ तो ये ਸਾਹਿਬ कह ਨੂੰ रहा हूँ ਪੁੱਛ कि ਲਓ, आप ਮੈਂ ਕੋਈ डाटा ਮਾੜਾ के साथ ਲਫ਼ਜ਼ ਤੁਹਾਡੀ डिबेट ਸ਼ਾਨ ਦੇ नहीं ਖਿਲਾਫ ਨਹੀਂ ਵਰਤਿਆ। ਤੁਸੀਂ ਗਲਤ ਲੈ ਰਹੇ ਹੋ ਮੇਰੀ ਗੱਲ ਨੂੰ। ਬੋਲੇ ਨਹੀਂ, ਗੱਲ ਇਹ ਹੈ ਚੌਕ ਸਾਹਿਬ, ਮੈਂ ਇੱਕ ਗੱਲ ਸਮਝਣੀ ਚਾਹੁੰਦਾ। ਤੁਸੀਂ ਵੀ ਇਹ ਗੱਲ ਦੱਸੀ, ਕਪੂਰ ਸਾਹਿਬ ਨੇ ਵੀ ਇਹ ਗੱਲ ਦੱਸੀ, ਪੰਜਾਬ ਭਾਜਪਾ ਦੇ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਦੱਸੀ ਕਿ 10% ਸਿਰਫ ਸਾਡੀ ਟੋਟਲ ਕਰੰਸੀ ਦੇ 10% ਨੋਟ ਨੇ 2000 ਰੁਪਏ ਦੇ, ਜਿਹੜੇ ਕਿ ਇਸ ਵੇਲੇ ਸਰਕੂਲੇਸ਼ਨ ਦੇ ਵਿੱਚ ਨੇ। ਉਹਦੇ ਵਿੱਚੋਂ ਮੈਂ ਕਿਹਾ ਜੇ ਆਪਾਂ ਜੇ ਇਹ ਗੱਲ ਮੰਨਦੇ ਆ ਵੀ ਇਹ ਕਰਪਸ਼ਨ ਦਾ ਪੈਸਾ, ਉਹਦੇ ਵਿੱਚੋਂ ਸਾਰਾ ਤਾਂ ਨਹੀਂ ਹੋਏਗਾ, ਉਹਦੇ ਵਿੱਚੋਂ ਅੱਧਾ ਮੰਨ ਲਓ, ਯਾਨੀ ਕਿ 5% ਰਹਿ ਗਿਆ। ਇਹ ਕਿੱਡਾ ਕੁ ਵੱਡਾ ਮਾਰਕ ਹੈ, ਕਿੱਡੀ ਕੁ ਵੱਡੀ ਜਿੱਤ ਹੈ? ਮੈਂ ਤਾਂ ਇਹ ਪੁੱਛਣਾ ਚਾਹ ਰਿਹਾ। आपने मेरी ओपनिंग स्टेटमेंट सुनी नहीं थी ध्यान से, मैं दोबारा रिपीट करता हूं। इसमें कहीं पे भी करप्शन के पर्सपेक्टिव से 2000 के नोट का विड्रॉल नहीं है। हम बार बार एक स्टेटमेंट को यूज कर रहे हैं, क्लीन पॉलिसी जो रूल है, जो आइडली आरबीआई ने किया है, क्लीन नोट पॉलिसी। हम सारे उसका गलत इंटरप्रिटेशन कर रहे हैं। काइंडली इसको ध्यान से समझ लीजिए एक बार, शायद वो क्लैरिटी आ जाएगी। आरबीआई ने क्लीन नोट पॉलिसी के तहत ये जिक्र किया हुआ है कि जो बैंक के नोट्स हैं वो 4-5 साल के बाद रिप्लेस कर देने होते हैं, ताकि बैंकिंग के जो नोट्स हैं वो क्लीन हो, यानी कि हाथ लगाने में क्लीन। क्लीनिंग इकोनॉमी के पर्सपेक्टिव से आरबीआई ने क्लीन पॉलिसी नोट्स नहीं बनाया हुआ। उस पर्सपेक्टिव से 2000 के नोट का जो लाइफ स्पैन था 5 साल हो चुका है कंप्लीट। 90% ऑलरेडी विड्रॉ हो चुके हैं, रिमेनिंग 10% रह गए हैं। उस 10% को मैं करप्शन का कोई नाम नहीं लिया। मैंने पहली भी स्टेटमेंट, आप रिकॉर्डिंग को दोबारा सुनेंगे, मैं यही आंसर दे रहा हूं
करप्शन के पर्सपेक्टिव से 2000 के नोट को विड्रॉल नहीं कर रहे, वो कह रहे इसकी लाइफ खत्म हो गई है तो एक डेडलाइन दे देते हैं। इसलिए मैंने बोला ये डीमोनेटाइजेशन नहीं है, ये एक विड्रॉल ऑफ करेंसी है, करेंसी ऑफ वन पर्टिकुलर टेंडर इन रिप्लेसमेंट ऑफ अनदर करेंसी का जो टेंडर है 500 सब जैसे 90% रिकवर हो चुकी थी, 10% भी नहीं हो सकती थी? वैसे हो सकती थी, मगर एक डेडलाइन देना जरूरी है। 10% होने में हो सकता है 1.5 साल 2 साल, कहीं पे एक डेडलाइन देनी है। इसलिए देखो चांदी साहब ने भी क्या कहा, उनके घर में 2000 के नोट कितने हैं, वो कहते हैं शायद 2 3 5 10 मैक्सिमम। हर आम आदमी का 2000 के नोट नहीं है। तो अगर कोई आम आदमी ये बोला कि जी बहुत प्रॉब्लम होगी, प्रॉब्लम किस सेंस में हो गई? जैसे आपने बोला आप पेट्रोल पंप पे गए, पेट्रोल पंप वाले ने नहीं लिया, हो सकता है उसको अभी एजुकेशन नहीं है, उसको समझ नहीं है, वो कहता शायद ये डिमोनेटाइज हो गया। बैंक जाइए, आप आराम से उसको एक्सचेंज कर लीजिए, डिपॉजिट कर लीजिए। अल्टीमेटली आरबीआई भी ये कह रहा है कि जी 2000 के नोट प्लीज आप सरेंडर कर दो, खत्म कर दो, ताकि हम 2000 के नोट को एक तरह से हम इन सर्कुलेशन खत्म कर दें। बस ये पर्पस है सर। मेरा वो एग्जांपल देने का मतलब ये था कि हम कह रहे हैं कि कोई सोसाइटी में पैनिक नहीं होगा, कुछ नहीं होगा, लेकिन चाहे वो हार्ड पैनिक ना हो, लेकिन एक तरीके से वो जरूर माहौल बना है, क्योंकि भले ही उसकी तारीख 30 सितंबर तक है, लेकिन आज ही 23 मई से पहले ही लोगों ने लेने से इनकार कर दिया है। और पैनिक क्या होता है? मैं समझ गया दाली साहब, ये पैनिक जो है, ये पैनिक अल्टीमेटली एजुकेशन ना होने के कारण है। देखो किसी ने भी आरबीआई के सर्कुलर को पढ़ा नहीं है, हर कोई फॉरवर्ड कर रहा है। इतने तो 2000 के नोट नहीं है जितने ग्रुप्स में फॉरवर्ड हो गया है। अल्टीमेटली वो जो 2000 के नोट हैं वो फॉरवर्ड मैसेजेस से कम है। एंड आरबीआई ने एक डेडलाइन इसलिए सेटअप करी है कि यार आप ये 2000 का नोट सबमिट कर दो, इन एक्सचेंज आप नोट ले जाओ या बैंक अकाउंट में आप जमा कर दो, कोई प्रॉब्लम नहीं है सर। तो इसलिए हम चुग साहब ये ना पंजाब है, यहाँ पे ना लोग शादी से ज्यादा ना जो मरगत हो जाती है बड़े बुजुर्गों की, उसके ऊपर खर्च कर देते हैं। कई बार हलवाई के 5-5 लाख का बिल बनता है। मान लो वो लेने से मना कर दे कि भाई जी मैं तो जलेबी बाद में निकालूंगा, पहले ये 2000 के नहीं, मेरे को 500 के नोट लगाओ। उधर रिश्तेदार आए बैठे हैं, उधर बैंक में वो लाइन में खड़ा हो जाएगा। कोई लाइन नहीं है जी, आप देखेंगे, आप खुद महसूस करेंगे, लाइन होने का कोई पर्पस नहीं है, क्योंकि आम आदमी की जेब में 2000 के नोट उतने है ही नहीं। मैं यही आपको समझाने की कोशिश कर रहा हूं। 10% मनी इन सर्कुलेशन पैन अक्रॉस इंडिया, लोगों की जेब में हार्डली कोई 2000 के नोट होंगे। हाँ, अगर फिर भी आप मेरे मुंह से स्टेटमेंट निकलवाना चाहते हैं, अगर किसी के पास 2000 के नोट कहीं ना कहीं पड़े हुए हैं, जमा करे हुए हैं, जो अनअकाउंटेड है, बट ऑब्वियस है उसके लिए प्रॉब्लम है। आम आदमी के लिए कोई प्रॉब्लम नहीं है। अगर चाहे हलवाई का बिल है, चाहे किसी का भी बिल है, 2000 के नोट उसके घर पे ही नहीं होंगे, बेचारा हलवाई को क्या ऑफर करेगा? जी अच्छा, मैं ये बात आपसे पूछना चाहता हूं, इसके बाद मैं अन्य जो पार्टीज हैं उनके बुलारे के पास जाऊंगा, स्पोक्स पर्सन के पास। गल ये है कि हुण 2000 का नोट जो बंद हो गया है, सिर्फ साडे कोल वड्डी लार्जेस्ट नंबर जिहड़ा वो 500 है। कि इस तो बाद कोई नवा नोट इंट्रोड्यूस होएगा? जिवें 200 का नोट असीं पहली बारी अपनी जनरेशन दे विच सुनिया, कोई 700 का, कोई 900 का। सर इसको मैं आपको समझाने की कोशिश करता हूं, शायद आपको अच्छा लगे, मजा आएगा समझने में। देखिए 1971 में यूएस ने अपने डॉलर को गोल्ड की बैकिंग से हटा दिया था। एंड उससे पहले आप हिस्टोरिकली देखेंगे, कोई भी करेंसी जो होती है वो किसी कमोडिटी की बैकिंग पे होती थी, जिसको हम नॉर्मली गोल्ड या सिल्वर होता था। आपको याद होगा पुराने गोल्ड की अशर्फियां होती थी, सिल्वर की अशर्फियां होती थी जी। 1971 के बाद जितने भी वर्ल्ड के कोई भी सेंट्रल बैंक है, वो जितनी मर्जी करेंसी छाप सकता है ताकि मनी इन सर्कुलेशन बढ़ा सकता है, गोल्ड की वैल्यू की बैकिंग नहीं चाहिए। इसके कारण, आप सुनना ध्यान से, इसके कारण कोई भी गवर्नमेंट फ्री बीज करने के लिए नोट को जितना मर्जी छाप सकती है, बट ऑब्वियस है इन्फ्लेशन बढ़ेगा, मगर वो लोगों को खुश कर सकती है। वो अब जो सिनेरियो है, वर्ल्ड ने देखा कि वर्ल्ड ओवर इतने नोट छपे हैं, यूएस ने भी छापे हैं, और अब लेटेस्ट वर्ल्ड की जो इकोनॉमीज हैं, जो यूएस के ट्रेजरी नोट्स को या बॉन्ड्स को खरीदती थी इन्वेस्ट करने के लिए, अब वो नहीं खरीद रही, क्योंकि एक गुट यूएस का बन गया है, एक गुट रशिया चाइना का बन गया है। इसके कारण आने वाले समय में जितने भी सेंट्रल बैंक्स हैं, वो मनी इन सर्कुलेशन को रिप्लेस करेंगे सेंट्रल बैंक का डिजिटल करेंसी से, जिसको बोलते हैं सीबीडीसी। हिंदुस्तान भी अपनी सेंट्रल बैंक की डिजिटल करेंसी ई रुपये ऑलरेडी जो लॉन्च करी है, उसको एक तरह से ट्रायल रन के बाद इसको कमर्शियल रन पे ले जाएगी। इसका मतलब ये आने वाले समय में जैसे जैसे हम इकोनॉमी में वर्ल्ड ओवर आगे चलेंगे, जो हमारे पास मनी इन सर्कुलेशन जो अवेलेबल है कैश का, ये करेंसी रिप्लेस होगी डिजिटल करेंसी से।
तो इसका मतलब यहां पे हम हायर डिनोमिनेशन का करेंसी को एक्सपेक्टेशन ना करें, हम एक तरह से डिजिटल वर्ल्ड की डिजिटल बैक्ड करेंसी जो ऑलरेडी आरबीआई ऑलरेडी उस पर वर्क कर चुका है, वर्ल्ड ओवर वर्क कर चुके हैं, इसके ऊपर वर्ल्ड ट्रांसफॉर्म कर रहा है। मैं ये नहीं कहूंगा कि ये सही है या गलत है, मैं उसके ऊपर कमेंट नहीं दूंगा, क्योंकि अगर आप वो पूछेंगे फिर मेरे को कहीं और भी जाना पड़ेगा समझाने के लिए, मगर फिलहाल के लिए मैं कहूंगा कि इस तरफ वर्ल्ड मूव कर रहा है। ठीक है, जैसे चाइना ने ई रेमनी कर दिया, ऐसे यूरोजोन ने कर दिया, ऐसे यूएस अब स्टेबल कॉइन लेकर आ रहा है, ऐसे वर्ल्ड ओवर हर सेंट्रल बैंक ऐसा ही कर रहा है। ठीक है ਚਾਂਦੀ ਸਾਹਿਬ, ਜਦੋਂ ਫਿਰ ਜਿਵੇਂ ਚੁੱਕ ਸਾਹਿਬ ਕਹਿ ਰਹੇ ਹੈ ਕਿ ਇਹਦਾ ਕਿਸੇ ਦੇ ਉੱਤੇ ਕੋਈ ਪ੍ਰਭਾਵ ਪੈਣਾ ਹੀ ਨਹੀਂ, ਬਲਕਿ ਸਾਡੀ ਕਰੰਸੀ ਜਿਹੜੀ ਹੈ ਉਹ ਮਜ਼ਬੂਤ ਹੋਵੇਗੀ, ਸਾਡੀ ਇਕਨੋਮੀ ਜਿਹੜੀ ਹੈ ਉਹ ਮਜ਼ਬੂਤ ਹੋਵੇਗੀ, ਫਿਰ ਮੈਨੂੰ ਇਹ ਨਹੀਂ ਸਮਝ ਆ ਰਹੀ ਤੁਸੀਂ, ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਸਾਰਾ ਅਜਿਹੇ ਤੰਜ਼ ਭਰੇ ਹੋਏ ਟਵੀਟ ਕਿਉਂ ਕਰ ਰਹੇ ਹੋ? ਨਵਜੋਤ ਜੀ ਦੇਖੋ, ਸਭ ਤੋਂ ਪਹਿਲਾਂ ਇੱਕੋ ਹੀ ਗੱਲ ਮੈਂ ਲਾਈਨ ਦੇ ਵਿੱਚ ਕਹੂੰਗਾ ਕਿ ਮੌਜੂਦਾ ਦੇਸ਼ ਦੀ ਮੋਦੀ ਸਰਕਾਰ ਨੇ ਕਨਸਟੀਟਿਊਸ਼ਨ ਸਪਿਰਿਟ ਦੀਆਂ ਪੂਰੀਆਂ ਰੱਜ ਕੇ ਧੱਜੀਆਂ ਉਡਾਈਆਂ। ਨੰਬਰ 2 ਤੇ ਡਾਕਟਰ ਅਮਨ ਜੀ ਨੇ ਇੱਕ ਗੱਲ ਕਹੀ ਹੈ ਆਪਣੀ ਬਾਈਟ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਲਾਈਫ ਹੈ ਨੋਟਾਂ ਦੀ ਇੰਨੀ ਹੋਈ ਸੀ। ਦੇਖੋ ਇਹ ਪੁਆਇੰਟ ਆ ਬਹੁਤ ਵੱਡਾ, ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ, ਕਿਤੇ ਤਾਂ ਮੋਦੀ ਜੀ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਆਪਣੇ ਦੇਸ਼ ਨੂੰ ਅਕੋਰਡਿੰਗਲੀ ਅਨਦਰ ਕੰਟਰੀਜ਼ ਬਹੁਤ ਅੱਗੇ ਲੈ ਕੇ ਜਾ ਰਹੇ ਆ। ਇਹਨਾਂ ਨੂੰ ਨਕਲ ਵੀ ਕਰਨੀ ਨਹੀਂ ਆਉਂਦੀ। ਜੇਕਰ ਆਪਾਂ ਕੰਪੈਰੀਜ਼ਨ ਦੂਸਰੀ ਕੰਟਰੀਆਂ ਦੇ ਡਾਲਰ ਦਾ ਕਰੀਏ ਤਾਂ ਉਹਨਾਂ ਦਾ ਜਿਹੜਾ ਦੇਖੋ, ਉਹਨਾਂ ਦਾ ਜਿਹੜਾ ਕਾਗਜ਼ ਹੈ, ਇਹਨੂੰ ਮਟੀਰੀਅਲ ਕਹਿ ਸਕਦੇ ਆਪਾਂ, ਇਹਦੇ ਵਿੱਚ ਵੀ ਦੇਖੋ ਜਿਹੜੇ ਆਪਣੀ ਪੁਰਾਣੀ ਕਰੰਸੀ ਸੀ ਉਹਦੀ ਲਾਈਫ ਬਹੁਤ ਵੱਡੀ ਸੀ। ਇਹ 5 ਸਾਲਾਂ ਦੇ ਦੌਰਾਨ ਜੇਕਰ ਤੁਸੀਂ 1 ਸਾਲ ਪੁਰਾਣਾ ਚਾਹੇ 2000 ਦਾ ਨੋਟ ਹੈ ਚਾਹੇ 500 ਦਾ ਨੋਟ ਹੈ, ਉਹਨੂੰ ਤੁਸੀਂ ਚੱਕ ਲਓਗੇ ਜਾਂ ਕਿਤੇ ਅਚਾਨਕ ਕਿਸੇ ਦੀ ਜੇਬ 'ਚ ਧੋਤਾ ਜਾਵੇ ਤਾਂ ਇਸ ਤਰ੍ਹਾਂ ਲੱਗਦਾ ਕਿ ਇਹਦੇ ਵਿੱਚ ਵੀ ਬਹੁਤ ਵੱਡੇ ਤਰੀਕੇ ਨਾਲ ਕਰਪਸ਼ਨ ਕੀਤੀ ਗਈ। ਇਹਨਾਂ ਨੇ ਇੱਕ ਕੰਪਨੀ ਦਾ ਨਾਮ ਲਿਆ, ਬੇਲਾ ਕੰਪਨੀ, ਉਹ ਆਪਾਂ ਨੂੰ ਫਾਇਦਾ ਕੀ ਹੋਇਆ? ਉਹਨਾਂ ਬਾਹਰਲੀਆਂ ਕੰਪਨੀਆਂ ਨੂੰ ਇਹ ਆਪਣੇ ਟੈਂਡਰ ਦੇਣ ਦਾ ਕਿ ਆਪਾਂ ਆਪਣੇ ਦੇਸ਼ ਦੀ ਕਰੰਸੀ ਨੂੰ ਸਹੀ ਤਰੀਕੇ ਨਾਲ ਛਪਵਾ ਨਹੀਂ ਸਕੇ, ਸਹੀ ਤਰੀਕੇ ਨਾਲ ਮਟੀਰੀਅਲ ਨਹੀਂ ਉਹਨਾਂ ਦਾ ਚੈੱਕ ਕਰ ਸਕੇ। ਫਿਰ ਗੱਲ ਆਉਂਦੀ ਹੈ ਚਿਪ ਦੀ। ਆਪਾਂ ਚਿਪ ਜੇਕਰ ਵਾਕਈ 13% ਸੀ, ਤੁਸੀਂ 85% ਤੋਂ ਲੈ ਕੇ 90% ਤੱਕ ਇਹਨੂੰ 2 ਸਾਲਾਂ ਦੇ ਵਿੱਚ ਰਿਕਵਰ ਕੀਤਾ 2000 ਦੇ ਨੋਟ ਨੂੰ, ਤਾਂ ਆਪਾਂ 1 ਸਾਲ ਦੇ ਦੌਰਾਨ ਹੋਰ ਵੀ ਰਿਕਵਰ ਕਰ ਸਕਦੇ ਸੀ। ਲਾਸਟ ਦੇ 2-3% ਰਹਿ ਸਕਦੇ ਸੀ ਨੋਟ, ਤਾਂ ਪਤਾ ਲੱਗ ਸਕਦਾ ਸੀਗਾ ਕਿ ਕਿੰਨੀ ਕੁ ਕਰਪਸ਼ਨ ਹੈ ਸਾਡੇ ਦੇਸ਼ ਦੇ ਅੰਦਰ। ਇੱਕ ਇਹਨਾਂ ਨੇ ਪੁੱਛਿਆ ਸੀ, ਮੈਨੂੰ ਕੱਢਣੀ ਪਈ, ਦੇਖੋ ਮੈਂ ਨਹੀਂ ਝੂਠ ਬੋਲਦਾ ਕਿ ਮੇਰੀ ਨੌਲੇਜ ਸੀ, ਮੈਨੂੰ ਗੂਗਲ ਤੇ ਫਿਰ ਕੱਢਣੀ ਪਈ। ਇਹਨਾਂ ਨੇ ਮਹਿੰਗਾਈ ਦਰ ਪੁੱਛੀ ਸੀ ਕਿ ਸਾਰਿਆਂ ਨਾਲੋਂ ਵੱਡੀ ਜੋ ਗੱਲ ਹੈ, ਮਿਡਲ ਕਲਾਸ ਔਰ ਗਰੀਬ ਰੇਖਾ ਦੇ ਜਿਹੜੇ ਲੋਕ ਨੇ ਸਾਡੇ ਦੇਸ਼ ਦੇ, ਜਿਹਨੂੰ ਮੋਦੀ ਸਰਕਾਰ ਵੀ 80% ਸਾਡੇ ਦੇਸ਼ ਦੀ ਜਨਸੰਖਿਆ ਨੂੰ ਗਰੀਬੀ ਮੰਨਦੀ ਹੈ, ਕਿਉਂਕਿ ਉਹਨਾਂ ਲਈ ਆਟਾ ਦਾਲ ਚਾਵਲ ਜੇ ਮੁਹੱਈਆ ਕਰਵਾਉਂਦੀ ਹੈ। ਇਹ ਵੀ ਆંકੜੇ ਸਾਨੂੰ ਬੋਲਣੇ ਪੈਣਗੇ ਅੱਜ। ਤਾਂ ਇਹਨਾਂ ਨੇ ਪਰਚੂਨ ਦੀ ਜਿਹੜੀ ਦੇਖੋ ਮਹਿੰਗਾਈ ਆ ਉਹ 7.80 ਸੀ ਅਪ੍ਰੈਲ ਦੇ ਮਹੀਨੇ ਪਿਛਲੇ, 2014 ਦੇ ਵਿੱਚ 8.33 ਸੀ। ਕੀ ਡਿਫਰੈਂਸ ਹੋਇਆ? ਤਾਂ ਆਰਬੀਆਈ ਨੂੰ ਆਪਣੇ ਰੇਪੋ ਦਰਾਂ ਦੇ ਵਿੱਚ 4 ਤੋਂ ਲੈ ਕੇ 4 ਆਪਣੇ 40%, ਪਹਿਲਾਂ 4% ਸੀ, ਹੁਣ 4.40% 'ਚ ਵਾਧਾ ਕਰਨਾ ਪਿਆ ਕਿ ਮਹਿੰਗਾਈ ਦੇ ਉੱਤੇ ਸਾਨੂੰ ਕੰਟਰੋਲ ਕਰਨਾ ਪਏਗਾ। ਇਹਦਾ ਮਤਲਬ ਸਰਕਾਰ ਨੂੰ ਪਤਾ ਹੈ ਕਿ ਮਹਿੰਗਾਈ ਡੇ ਬਾਈ ਡੇ ਦੇਸ਼ ਦੇ ਵਿੱਚ ਵੱਧ ਰਹੀ ਹੈ, ਤਾਂ ਇਹਦੇ ਨਾਲ ਕੀ ਮਹਿੰਗਾਈ ਘਟੇਗੀ? ਸਾਨੂੰ ਭਾਜਪਾ ਇਹ ਕਲੀਅਰ ਕਰੇ ਦੇਸ਼ ਨੂੰ ਕਿ ਇਸ ਚੀਜ਼ ਨਾਲ ਦੇਸ਼ ਦੇ ਲੋਕਾਂ ਨੂੰ ਫਾਇਦਾ ਕੀ ਹੋਏਗਾ। ਨੰਬਰ 1। ਨੰਬਰ 2, ਤਾਨਾਸ਼ਾਹੀ ਜਿਹੜਾ ਰਵੱਈਆ, ਉਹਦੀ ਐਗਜ਼ਾਮਪਲ ਕੱਲ ਰਾਤ ਦੀ ਹੋਈ ਹੈ। ਮੈਂ ਦੂਰ ਨਹੀਂ ਜਾਣਾ, ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਕੈਂਸਲ ਕਰਕੇ ਧੱਜੀਆਂ ਉਡਾਈਆਂ ਗਈਆਂ ਕਿ ਦੂਸਰੀ ਕੋਈ ਵੀ ਵਿਰੋਧੀ ਧਿਰ ਉਹਨਾਂ ਦਾ ਮੂੰਹ ਬੰਦ ਕਰਨ ਲਈ ਸਾਰੀਆਂ ਪਾਵਰਾਂ ਆਪਣੇ ਕੋਲ ਕੇਂਦਰੀਕਰਨ ਕਰ ਰਹੀ ਆ ਹਰ ਸੂਬਿਆਂ ਦਾ। ਇਹ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਦੇਸ਼ ਦੇ ਲੋਕ ਜ਼ਰੂਰ ਦੱਸਣਗੇ ਇਹਨਾਂ ਨੂੰ। ਲਾਸਟ ਗੱਲ ਮੇਰੀ ਇਹ ਹੈ ਕਿ ਜੇਕਰ ਚਲੋ ਚਾਂਦੀ ਸਾਹਿਬ, ਮੈਂ ਇਸ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ। ਉਹਦੇ ਵਿੱਚ ਗੱਲ ਇਹ ਹੈ, ਜਦੋਂ ਅਸੀਂ ਕਿਸੇ ਦੇ ਖਾਤੇ ਭੁਗਤਦੇ ਹਾਂ ਫਿਰ ਬਾਅਦ ਚੋਂ ਸਾਨੂੰ ਭੁਗਤਣੀਆਂ ਪੈਂਦੀਆਂ ਨੇ। ਮੈਂ ਤਾਂ ਤੁਹਾਡੀ ਇੰਨੀ ਗੱਲ ਦਾ ਜਵਾਬ ਦੇ ਕੇ, ਚੁੱਕ ਸਾਹਿਬ ਤੁਹਾਡੀ ਬਾਕੀ ਗੱਲਾਂ ਦਾ ਜਵਾਬ ਦੇਣਾ ਚਾਹੁੰਦੇ ਆ, ਉਹ ਗੱਲ ਸੁਣ ਲੈਂਦੇ ਆ ਕੀ ਕਹਿ ਰਹੇ ਨੇ। ਹਾਂਜੀ हाँ, देखिए विद रिगार्ड्स, चाहे चांदी साहब हैं या लेटर से कंवर साहब हैं, मेरा काम बीजेपी को डिफेंड करना नहीं है। मैं सिर्फ इकोनॉमिक्स के पर्सपेक्टिव से आपको इन्फॉर्मेशन देने की पर्सपेक्टिव है, एक अच्छे नागरिक के पर्सपेक्टिव से। देखिए, जो आपने गूगल किया, कंज्यूमर प्राइस इंडेक्स जो हिंदुस्तान में आज फॉलो होता है चांदी साहब, वो 2015 में लागू हुआ है, 2014 में था ही नहीं। सो आइडली शायद आपने गूगल थोड़ा गलत कर लिया होगा।
क्योंकि 2015 से पहले हिंदुस्तान में होलसेल प्राइस इंडेक्स को फॉलो किया जाता था। होलसेल प्राइस इंडेक्स अंदाजन 8-9% के करीब था। हिंदुस्तान में कंज्यूमर प्राइस इंडेक्स को अगर हम डाटा के एक्स्ट्रापोलेशन से निकालेंगे, मेरे को पता है जी, आप गूगल करेंगे, मैं आपको स्क्रीनशॉट भी दिखा सकता हूं, 2015 में उसको लागू किया गया, मॉनेटरी पॉलिसी कमेटी को आप गूगल करेंगे मिल जाएगा। आप चाहे एग्जैक्ट लिख सकते हैं, व्हेन वाज कंज्यूमर प्राइस इंडेक्स अडॉप्टेड बाय इंडिया, आपको मिल जाएगा गूगल से, आप यही गूगल कर लीजिए, आपको मिल जाएगा। तो इसलिए हमें वो जो इन्फ्लेशन है जो होलसेल प्राइस इंडेक्स का, उसको कंज्यूमर प्राइस इंडेक्स के साथ काइंडली कंपेयर मत कीजिए। पॉइंट नंबर 1। पॉइंट नंबर 2, इसको प्लीज ध्यान से सुनिए, एज अ फ्रेंडलीनेस सुनिए। मैं कोई बीजेपी के पर्सपेक्टिव से डिबेट नहीं कर रहा, एज अ फ्रेंड बताने की कोशिश कर रहा हूं, ताकि हम सब देखो, एट द एंड ऑफ द डे हम आम आदमी पार्टी हैं या बीजेपी है, हम सब नागरिक हैं। मैं एक फ्रेंडलीपन होने के नाते आपको, या लेट अस से कंवर साहब है, मैं सिर्फ उस पर्सपेक्टिव से बताने की कोशिश कर रहा हूं। हिंदुस्तान की जीडीपी ग्रोथ अगर महंगाई की ग्रोथ से ज्यादा है तो हम इसको बोलते हैं रियल जीडीपी ग्रोथ। ये रियल जीडीपी ग्रोथ हिंदुस्तान में पिछले 5 से 7 साल में पॉजिटिव है और फास्टेस्ट ग्रोइंग है। तो इसलिए महंगाई की ग्रोथ जो सीपीआई है, कंज्यूमर प्राइस इंडेक्स, जिसको हमने 2015 में अडॉप्ट किया था, और तब रघुराम राजन साहब थे, उन्होंने ही इसका टारगेट बनाया था कि इसको हम 4% लेके जाएंगे, जो कि उन्होंने 2016 तक 4% ले आए थे, और जीडीपी ग्रोथ हमारी पॉजिटिव हो गई थी, नेट रियल जीडीपी ग्रोथ। दूसरा, देखो जो आपका सुप्रीम कोर्ट वाला सवाल है, वो मैं उसको डिफेंड नहीं करूंगा, वो तो आप आपस में जो भी डिबेट करनी है आप कर सकते हैं, मगर वो जो कंपनी का नाम है बेलारियो नहीं, और डेलारियो है, डेलारियो, उस कंपनी को ठेका दिया गया था, और वो ठेका बीजेपी ने नहीं दिया था, वो कांग्रेस ने दिया था। मैं इसमें नहीं पढ़ना चाहता कि कांग्रेस की गलती है या बीजेपी की गलती है, मगर उससे पहले भी जी चांदी साहब, हर 4 से 5 साल में नॉर्मली जो टेंडर होता था वो दिया जाता था एक न्यू कंपनी को रिप्लेसमेंट ऑफ एग्जिस्टिंग करेंसी नोट्स के लिए। हालांकि मैं इसमें ये नहीं कहूंगा वो सही था या गलत था, मेरे को ये नहीं पता, बट मैं 2000 नोट के पर्सपेक्टिव से ये जरूर कहना चाहूंगा, इसको सुनना ध्यान से, विदाउट एनी पॉलिटिकल रिमार्क। मैं कोई कंवर साहब या आपके पर्सपेक्टिव कोई पॉलिटिकल रिमार्क नहीं दे रहा। जब 500 और 1000 का नोट का जो पेपर था, जब हमने डेलारियो कंपनी का, प्रणब मुखर्जी साहब जब बैठे थे कमिटी में और उन्होंने उसको बैन किया था, और आप चेक कर सकते हो उन्होंने बैन किया था, उस बैन लगने के बाद जब प्रणब जी को प्रेसिडेंटशिप दे दी थी, तो कांग्रेस ने उसको दोबारा डेलारियो कंपनी को ठेका दे दिया था। फिर बीजेपी आई थी, उन्होंने उसका ठेका कैंसिल कर दिया था। मगर उस दौरान बीजेपी को यह समझ आ गया था कि डेलारियो कंपनी को विदाउट एनी बिडिंग, किसी और कंपनी से बिड्स लिए नहीं गए थे और उसी कंपनी को बिडिंग दे दी थी। इसके कारण बीजेपी गवर्नमेंट ने उस टाइम पे इमीडिएटली कुछ 2-3 कंपनीज हैं हिंदुस्तान की, उनको इमीडिएट बेसिस पे ठेका दिया था कि आप इस करेंसी के इन रिप्लेसमेंट आप एक हायर डिनोमिनेशन का नोट निकालिए। ये मेरे को इसलिए पता है क्योंकि मैं एसोसिएटेड रहा रिजर्व बैंक ऑफ इंडिया के साथ वगैरह वगैरह, तो इसलिए मैं आपको ये क्लैरिफाई करना चाहता हूं एज अ नागरिक, कोई पॉलिटिकल स्टेटमेंट नहीं है। एंड अब जो आपका कोई सवाल है इकोनॉमिक्स के रिलेटेड, आई विल बी हैप्पी, मैं कंवर साहब है या चांदी साहब है या इवन जो बीजेपी के प्रवक्ता हैं, अगर उनका भी कोई सवाल है, आई विल बी हैप्पी टू आंसर। बट पॉलिटिकली आपका एंगल है, वो आप आपस में जो भी बातें कर सकते हैं कर लीजिए, उसमें कोई इश्यू नहीं। ठीक है भाई, हाँ जी, कोई है सवाल ਤਾਂ ਦੱਸੋ, ਨਹੀਂ ਫਿਰ ਆਪਾਂ ਚਰਚਾ ਨੂੰ ਹੁਣ ਸਮਾਪਤ ਕਰੀਏ। देखो मैं ਅਮਨ एक ਜੀ, सवाल ਮੈਂ पूछा सी, ਉਹਦਾ ਤੁਹਾਡੀ ਇਸ जवाब ਪੁਆਇੰਟਾਂ किसी ਦੇ को नहीं मिला ਉੱਤੇ मैनू। ਇੱਕ ਮਿੰਟ ਚੰਦ ਸਾਹਿਬ, ਜਦੋਂ ਕਮਰ ਪਾਰਟੀ ਜੀ ਨੂੰ ਗੱਲ ਕਰ ਲੈਣ ਦਿਓ। ਕਮਰ ਜੀ, ਜੀ ਮੈਂ ਇੱਕ ਸਵਾਲ ਪੁੱਛਿਆ ਸੀ ਕਿ ਨੋਟਬੰਦੀ ਦਾ ਦੇਸ਼ ਨੂੰ ਫਾਇਦਾ ਕੀ ਹੋਇਆ। ਉਹਦਾ ਜਵਾਬ ਨਾ ਤੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤੋਂ ਮਿਲਿਆ, ਨਾ ਮੈਨੂੰ ਚੁੱਗ ਸਾਹਿਬ ਤੋਂ ਮਿਲਿਆ, ਨਾ ਨਵਜੋਤ ਜੀ ਤੁਸੀਂ ਦੱਸਿਆ। ਤੇ ਮੈਂ ਆਸ ਕਰਦਾ ਕਿ ਸ਼ਾਇਦ ਮੈਨੂੰ ਇਸ ਡਿਬੇਟ ਦੇ ਚੱਲਦਿਆਂ ਇਸ ਗੱਲ ਦਾ ਸਿੱਧਾ ਜਵਾਬ ਮਿਲ ਜੇ, ਬਜਾਏ ਇਸ ਦੇ ਕਿ ਪਾਕਿਸਤਾਨ ਦੇ ਇਕਨੋਮੀ ਹੋਗੀ ਕਲੈਪਸ, ਸ਼੍ਰੀਲੰਕਾ ਦੀ ਹੋਗੀ, ਸਾਰੀ ਦੁਨੀਆ 'ਚ ਰਿਸੈਸ਼ਨ ਆ ਗਿਆ। ਅਸੀਂ ਬਹੁਤ ਜਿਹੜੇ ਫੇਕ ਅੰਕੜੇ ਮੈਨੂੰ ਦੱਸੇ ਬਿਨਾਂ, ਕਿਰਪਾ ਕਰਕੇ ਮੈਨੂੰ ਕੋਈ ਜਾਇਜ਼ ਜਿਹਾ ਜਿਹੜਾ ਸਮਝ ਚ ਆ ਜਾਏ, ਜਿਹੜਾ ਦਿਮਾਗ 'ਚ ਫਿੱਟ ਹੋ ਜਾਏ, ਕੋਈ ਇਹੋ ਜਿਹੀ ਗੱਲ ਦੱਸੋ ਜਿਹਦੇ ਨਾਲ ਮਨ ਖੁਸ਼ ਹੋਵੇ ਕਿ ਹਾਂ ਜੀ ਨੋਟਬੰਦੀ ਹੋਈ, नोटबंदी का ਸਾਨੂੰ ਇਹ फायदा होया, कृपा करके मैंने दस दियो। मैं बताता हूँ कंवर साहब, इसको ध्यान से समझते हैं, थोड़ा मेरे को 2-3 मिनट चाहिए होंगे, और आप एज अ फ्रेंड समझना जी, मैं किसी को डिफेंड नहीं कर रहा, मैं एज अ अमन चुग आंसर दे रहा हूँ, है ना। आप एज अ फ्रेंड समझना, इसी बहाने हमारा एक रिलेशनशिप बनेगा जी आगे समझने में, है ना। देखिए जी, 2016 में जब ये डीमोनेटाइजेशन हुआ था, आप शायद थोड़ा लेट ज्वाइन करे थे, मैंने इसका ओपनिंग स्टेटमेंट भी दिया था। बीजेपी की स्टेटमेंट गलत थी कि जी हम ब्लैक मनी के ऊपर फाइट कर रहे हैं, जो भी है, इसका रीजन ये नहीं था। इसको सुनना ध्यान से। हिंदुस्तान में जो करेंसी इन सर्कुलेशन था, उसमें 7,34,000 नोट 500 रुपए के जो डुप्लीकेट निकले थे, फेक मनी निकले थे, जो कि कई स्टेट्स में से निकले थे और आरबीआई और बैंकों के एटीएम से निकले थे। तो आइडली फेक मनी को बंद करने के लिए ये डीमोनेटाइजेशन का प्रहार किया गया था। पॉइंट नंबर 1।
पॉइंट नंबर 2, ये जो फेक मनी था जी, ये फेक मनी की जो प्रिंटिंग होती थी वो पाकिस्तान से होती थी। मैं ये इसलिए कोरिलेट कर रहा हूं क्योंकि पाकिस्तान की इकोनॉमी हिंदुस्तान की इकोनॉमी के अंदर फेक करेंसी को पंप करके चल रही थी। तो जैसे ही हमने डीमोनेटाइजेशन किया, इसको सुनना ध्यान से, हमने डीमोनेटाइजेशन की तारीख जो रखी हुई थी वो थी 21 नवंबर। मगर पाकिस्तान ने क्या किया, जब यूरी अटैक किया उसने सितंबर में, और जब हमने उसके अगेंस्ट उसको स्ट्राइक्स दी, जो सर्जिकल स्ट्राइक्स दी, तो उसके बाद पाकिस्तान ने जो फेक करेंसी के जो नोट हैं इसको 3 शिफ्ट में छाप के उसके जो कंटेनर्स थे वो हमारे इंडियन बॉर्डर पे पहुंच गए थे 7 नवंबर 2016। और इसलिए हमने इमीडिएटली कि बिफोर वो कंटेनर के जो पैसे वो हिंदुस्तान में एंटर करें, हमने 8 नवंबर को डीमोनेटाइजेशन किया एकदम से प्रहार करने के लिए। उसी के बाद मैं ये कहने की कोशिश कर रहा था कि पाकिस्तान की इकोनॉमी इसलिए क्रैश करी क्योंकि हमारे यहाँ पे जो फेक मनी सप्लाई करते करते उसकी इकोनॉमी चल रही थी वो एकदम से भट्टा गोल हो गया। ये हुआ पॉइंट नंबर 2। पॉइंट नंबर 3, दाऊद इब्राहिम का जो पर्सनल फाइनेंसर था, अगर आप गूगल करेंगे आपको आंसर मिल जाएगा, 2017 जनवरी में उसने सुसाइड कर लिया था क्योंकि दाऊद इब्राहिम पाकिस्तान की गवर्नमेंट के लिए बोझ बन गया था, क्योंकि जो जितना भी ब्लैक मनी की स्मगलिंग थी वो एकदम से खत्म हो गया क्योंकि वो 500 और 1000 के नोट लीगल टेंडर खत्म हो गया। ये हो गया हम आउटसाइड इकोनॉमी के पर्सपेक्टिव। अब आते हैं हिंदुस्तान की इकोनॉमी के पर्सपेक्टिव। देखिए जी, हिंदुस्तान में मोटा मोटा आप लॉजिकली समझते हैं, आरबीआई ने जितने भी नोट छापे होंगे 1934 से लेके 2016 तक, वो सारी प्रिंटिंग की जो नोट की सीरीज होगी आरबीआई को पता होगी, बराबर है। उस प्रिंटिंग की जो सीरीज थी उसमें से कुछ नोट गायब हो गए जिसको हम बोलते हैं ब्लैक मनी हो गया, जिसके ऊपर टैक्सेबिलिटी नहीं थी। इसको ध्यान समझना, ये जो ब्लैक मनी का आंकड़ा है ये मिनिस्ट्री ऑफ फाइनेंस का एक डाटा है, वो टोटल फिगर बनती है 90 लाख करोड़, जिसमें से एक्सपेक्टेशन थी कि 5% ऑफ दिस 90 लाख करोड़ इज इन द फॉर्म ऑफ कैश, 4 लाख करोड़। ये कैलकुलेशन थी, फर्म कैलकुलेशन नहीं थी कि 5% होएगा, 10% होएगा। देखो, ब्लैक मनी आपकी जेब में कैश में है, डालडा के डब्बे में है, रियल एस्टेट में है, गोल्ड में है या बाहर पार्क्ड है, ये किसी को भी नहीं पता। उस कैलकुलेशन के हिसाब से इन्होंने एक तरह से डीमोनेटाइजेशन किया। मैं उसमें नहीं जाऊंगा कि डीमोनेटाइजेशन का टाइमिंग सही था या गलत था, मगर मैंने आपको बताया अगर पाकिस्तान के पर्सपेक्टिव से समझे, टाइमिंग बहुत परफेक्ट था, करना जरूरी था। उसके कारण जब डीमोनेटाइजेशन किया गया और जब कैश की इकोनॉमी पे वो एकदम से चैलेंज पड़ा, बट ऑब्वियस है, मैं उसमें डिनाई नहीं करूंगा, जितने भी माइक्रो स्मॉल एंड मीडियम एंटरप्राइजेस हैं उनका बिजनेस में एकदम से भट्टा गोल हो गया। मगर कंवर साहब एज अ सिटीजन समझते हैं, हिंदुस्तान के सिटीजन के पर्सपेक्टिव से, देश की इकोनॉमी अगर ब्लैक मनी पे चल रही है या कैश मनी पे चल रही है तो कहीं ना कहीं इकोनॉमी का जो वजूद है, मैं इसको ध्यान से समझाने की कोशिश करता हूं, अगर वो 90 लाख करोड़ इकोनॉमी के मनी इन सर्कुलेशन से ब्लैक में चला गया तो हमारी जो मल्टीप्लाई हो सकती है, जिसको बोलते हैं मल्टीप्लायर इफेक्ट, वो मल्टीप्लाई होना रुक गया था। हमारी इकोनॉमी की जीडीपी ग्रोथ रुक गई थी। इसको सुनना, मैं डाटा के साथ दे रहा हूं। 1947 में हम आजाद हुए, 2013-14 में हमारी इकोनॉमी की जो जीडीपी थी वो अंदाजन 1.3-1.4 ट्रिलियन डॉलर थी, जो कि 5 साल में हम अंदाजन 3 ट्रिलियन डॉलर हो गए। हालांकि कोविड आ गया इसलिए मैं 2.7 ट्रिलियन डॉलर का फिगर देता हूं, मगर कोविड ना होता तो 3 ट्रिलियन डॉलर की फिगर थी, यानी कि मोटा मोटा हम 2 गुना या 2.5 गुना हो गए थे। ये क्यों हुए थे? ये मेजरली 2016 नवंबर के बाद से लेकर 2020 जनवरी तक ये कंट्रीब्यूशन मल्टीप्लायर इफेक्ट का था, क्योंकि जब पैसा सिस्टम में होता है उस सिस्टम से मल्टीप्लाई इफेक्ट होकर इकोनॉमी की जीडीपी बढ़ती है। जीडीपी बढ़ेगी यानी कि प्रोडक्शन बढ़ेगी, प्रोडक्शन बढ़ेगी यानी कि कंजम्पशन बढ़ेगी, कंजम्पशन बढ़ेगी यानी कि एम्प्लॉयबिलिटी बढ़ेगी। और वो एम्प्लॉयबिलिटी का मैं आपको तात्पर्य इसलिए देने की कोशिश कर रहा हूं, एज अ फ्रेंड समझना इसको ध्यान से। अनएम्प्लॉयमेंट रेट हमारा जहां 13-14% था वो आइडली 7-8% की तरफ गिरा है। और प्लस हिंदुस्तान इस टाइम पे टॉप 3 इकोनॉमीज ऑफ द वर्ल्ड है जिसमें मैक्सिमम स्टार्टअप्स बने हैं, यानी कि ज्यादा लोग एंटरप्रेन्योर्स बन रहे हैं। और वैसे भी इसको मैं 2 मिनट और लूंगा, कंवर साहब, चांदी साहब एंड धालीवाल साहब एंड हमारे कपूर साहब, 2 मिनट लूंगा, इसको प्लीज सुन लीजिए। मैं बड़ा एक्साइटेड हूं आपको शेयर करने में, समझाने में नहीं। कपूर साहब ਤੁਸੀਂ बड़ा क्या भी साडे कपूर साहब हैं, सानू ਤੁਸੀਂ अपना समझदे नहीं। सारे साडे नहीं, साडे कंवर साहब, साडे चांदी साहब, साडे धालीवाल साहब और कपूर साहब। अब मैं साडे नहीं बोला कपूर साहब, ठीक है ना, इसको ध्यान से समझना प्लीज। देखिए जी, हम ना सारे ओरिजिनली एक सनातन धर्म इकोनॉमिक मॉडल की बात कर रहा हूं। मैं सनातन धर्म की बात नहीं कर रहा, मैं इकोनॉमिक मॉडल की बात कर रहा हूं। पुराने जमाने में आप देखें हमारा ना फैमिली यूनिट सिस्टम होता था।
फैमिली यूनिट सिस्टम में आपको याद होगा, पुराने जमाने में हर आदमी नौकरी नहीं करता था, हर आदमी एंटरप्रेन्योर था। आजकल के युग में हमें जब से अंग्रेजों ने लूटा और 25 से 26 ट्रिलियन डॉलर लूट के चले गए, हमारे को गरीब करके चले गए, और अल्टीमेटली उन्होंने हमें क्या दिया? नौकर वाली नौकरी, यानी कि पब्लिक वाला सर्वेंट नौकरी उन्होंने ये तब्दील करा। तो आपको खुश होना चाहिए कि आने वाले समय में अगर नौकरी करने वाले लोग कम हों और एंटरप्रेन्योरशिप के लोग बढ़ें तो हिंदुस्तान प्रोस्पेरिटी की तरफ जाएगा। मैं इस पे कमेंट नहीं कर रहा कि बीजेपी के कारण बढ़ रहा है या कांग्रेस के कारण बढ़ा था, मैं उस पे कमेंट नहीं कर रहा। मैं एक इकोनॉमिक्स की परिभाषा के समझाने की कोशिश कर रहा हूं कि आगे से जब हम अनएम्प्लॉयमेंट रेट को देखें तो साथ में एंटरप्रेन्योरशिप कैपेबिलिटीज ने स्टार्टअप्स रजिस्टर हो रहे हैं, कितने यूनिकॉर्न्स बन रहे हैं, उससे भी एक बार मन खुश होना चाहिए। आई होप मैं कुछ ना कुछ आपको कंट्रीब्यूट कर पाया हूंगा आज। ठीक है, चलो ठीक है। प्रधानमंत्री साहब भी कहते हैं, उन्होंने भी दलीलां ਦਿੱਤੀਆਂ ਨੇ। हाँ जी चांदी साहब ਇੱਕ ਨਵਜੋਤ ਜੀ ਲਾਸਟ ਹੈ। हाँ जी, ਮੈਂ ਤਾਂ ਨਵਜੋਤ ਜੀ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਆਪਣੀ ਬਾਈਟ ਦੇ ਵਿੱਚ ਕਿ 2.5 ਗੁਣਾ ਸਰਕੂਲੇਸ਼ਨ ਵੱਧ ਗਿਆ, ਜੇ ਆਪਣੇ ਕਰੋਨਾ ਕਾਲ ਨਾ ਹੁੰਦਾ ਤਾਂ 3 ਗੁਣਾ ਵੱਧ ਜਾਣਾ ਸੀ। ਮੈਨੂੰ ਇੱਕ ਗੱਲ ਦੱਸ ਦਿਓ ਕਿ ਡਾਲਰ ਦੇ ਮੁਕਾਬਲੇ ਰੁਪਈਆ हर बार फिर डाउन ही क्यों? कदे 15 पैसे 8 पैसे 20 पैसे डाउन ही जाता है, ये कदे बराबर ते भी क्यों नहीं कदे आया? प्लास्टिक दा गल छड्डो, मैं आंसर देता हूं जी। वैसे तो अगर आप गूगल थोड़ा करेंगे अमन चुग सीए तो आपको 12 लाख सर्चेस मिलेंगे, और वहां पे मैंने इसके ऊपर कई कमेंट्स करे हैं, मगर मैं इसके ऊपर कमेंट थोड़ा ब्रीफ में करने की कोशिश करता हूं, डिटेल में आप आराम से समझ लेना। देखिए जी, डॉलर अगेंस्ट रुपी जिसको हम कहते हैं पहले 1 रुपए के बराबर था, वो इसलिए था क्योंकि डॉलर, यूएस ने क्या किया, सेकेंड वर्ल्ड वॉर के बाद तक 8000 टन गोल्ड अपने कब्जे में कर लिया था। क्योंकि सेकेंड वर्ल्ड वॉर और फर्स्ट वर्ल्ड वॉर के दौरान यूएस सारे वर्ल्ड को डिफेंस इक्विपमेंट और कैपिटल इक्विपमेंट एक्सपोर्ट कर रहा था, और वर्ल्ड का सारा गोल्ड उसने, जो यूके ने इंडिया का लूटा था, यूएस ने यूके से लूट लिया, और 8000 टन यूएस ने अपने पास लूट के रख लिया। हिंदुस्तान के पास गोल्ड था नहीं, और ये हम सारों को पता है। 1991 तक रेदर हमारे पास गोल्ड था ही नहीं, हमने गोल्ड गिरवी रख के तो बल्कि इंटरेस्ट की पेमेंट करी थी जो हमने इतना लोन लिया हुआ था, जिसके कारण जब हम गोल्ड की बैकिंग के साथ जब डॉलर रुपी का कन्वर्जन रेट देखते हैं तो वो रुपी इसलिए डीवैल्यू कर रहा था क्योंकि हमारे पास गोल्ड नहीं था। हमारे पास आज की डेट में भी 800 टन का गोल्ड है, सिर्फ कितना? 800 टन, और यूएस के पास कितना है? 8000 टन। इसका मतलब ये धीरे धीरे करके अगर हिंदुस्तान, हम सारे लोग इकट्ठे मिलकर अगर हिंदुस्तान ग्रो करेगा, यूएस धीरे धीरे करके डाउनफॉल की तरफ जा रहा है, यही गोल्ड आरबीआई और गवर्नमेंट ऑफ इंडिया अगर खरीदना शुरू कर देगी तो यही डॉलर रुपी आपको धीरे धीरे करके रिवर्सल होते हुए दिखेगा। पॉइंट नंबर 1। पॉइंट नंबर 2, रुपी अगर डी वैल्यू करता है, एक्सपोर्टर हिंदुस्तान के लिए अच्छा होता है, इंपोर्टर के लिए परेशान है मगर एक्सपोर्टर के लिए अच्छा है। हिंदुस्तान में इंपोर्टर ज्यादा नहीं है मगर हिंदुस्तान का इंपोर्ट का बिल ज्यादा है। इंपोर्ट का बिल ज्यादा क्यों है? क्योंकि हमारा 70% या 60% जो हमारा होता है वो मेजरली ऑयल होता है। सिंस ऑयल हमें बाहर से खरीदना पड़ता है, तो अगर, इसको सुनना ध्यान से, अगर देश की गवर्नमेंट ऑयल का ऑल्टरनेटिव निकाल ले तो हमारा 60 से 70% का इंपोर्ट का बिल अगर कम हो जाए तो उसके कारण अगर एक्सपोर्ट में हमारा रुपये अगर डी वैल्यू हो भी गया तो उसके कारण एक्सपोर्टर का एक्सपोर्ट सस्ता हो जाएगा। और यही पॉलिसी चाइना ने भी करी। चाइना ने अपने रेमनीबी को या युआन को डी वैल्यू करते करते उसने मस्त एक्सपोर्ट का हब बना दिया अपने आप को। और अगर लेटर से हम इंपोर्ट का ऑयल का बिल कम कर दें तो धीरे धीरे करके हम भी एक्सपोर्ट का हब बन सकते हैं। तो इसलिए अगर रुपी डी वैल्यू होता है एक्सपोर्टर के लिए अच्छा है। पॉइंट नंबर 3, ये थोड़ा टेक्निकल हो जाएगा, मैं समझाने की कोशिश करता हूं। यूएस का इंटरेस्ट रेट और इंडिया का इंटरेस्ट रेट बराबर नहीं है, इसको बोलते हैं इंटरेस्ट रेट डिफरेंशियल। जिस कंट्री का इंटरेस्ट रेट ज्यादा होता है, यूएस और इंडिया के बीच में किसका ज्यादा है? इंडिया का ज्यादा है। इंटरेस्ट रेट डिफरेंशियल थ्योरी के मुताबिक जिस कंट्री का इंटरेस्ट रेट ज्यादा होता है उसकी करेंसी हमेशा ओवर अ पीरियड ऑफ टाइम डेप्रिशिएट होती ही होती है। इसलिए हमारा रुपी ओवर अ पीरियड ऑफ टाइम डेप्रिशिएट होता ही रहेगा। इसमें हम और आप कुछ नहीं कर सकते क्योंकि ये क्यों होता है, ये ਕਰਜ਼ਾ ਕਿੰਨਾ ਹੈ ਵੀ ਆਪ ਸਪੋਕਸਮੈਨ ਦੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਦੇ ਲੋਕਾਂ ਨੂੰ ਇਹ ਵੀ ਦੱਸ ਦਿਓ ਕਿ ਅੱਜ ਦੇ ਸਮੇਂ ਮੋਦੀ ਸਰਕਾਰ ਨੇ ਦੇਸ਼ ਦੇ ਉੱਤੇ ਈਅਰ ਬਾਈ ਈਅਰ ਕਿੰਨਾ ਕਰਜ਼ਾ ਚੜਾਇਆ, ਪਹਿਲਾਂ ਕਿੰਨਾ ਕਰਜ਼ਾ ਸੀ। ਜੇਕਰ ਵਾਕਈ ਅਸੀਂ ਇੰਪਰੂਵ ਕਰ ਰਹੀ ਹੈ ਸਾਡੀ ਕੰਟਰੀ
ਤਾਂ ਸਾਡੇ ਸਿਰ ਕਰਜ਼ਾ ਕਿਉਂ ਵੱਧ ਰਿਹਾ? ਮੇਰੀ ਨੌਲੇਜ ਅਨੁਸਾਰ ਆ ਜੋ 1.5 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਮੋਦੀ ਸਰਕਾਰ ਦੇ ਉੱਤੇ ਹੈ। मैं आंसर देता हूं जी। देखो, आप मोदी मोदी करेंगे तो मैं मोदी साहब के कारण ये हमको आंसर नहीं दे रहा। मैं तो अब देखो एज अ नागरिक हिंदुस्तान का कंट्री के हिसाब नाल दे दो, कोई गल नहीं। कंट्री के पर्सपेक्टिव देखिए, हमारे इंडिया की गवर्नमेंट का जो डेट है, डेट डिवाइड बाय हिंदुस्तान की जीडीपी मल्टीप्लाई बाय 100, वो इस टाइम पे अंदाजन 85% है, 85%। इंडिया का इस टाइम पे सबसे लोएस्ट है। यूएस का अंदाजन 200% के करीब है, जापान का भी 200-250% है, यूरोप के सारे देशों का 250% है, यानी कि हिंदुस्तान का सबसे कम है। और हालांकि वो डेवलप्ड कंट्री है। पॉइंट नंबर 1 इसको ध्यान से समझना। पॉइंट नंबर 2, इस 85% जो डेट टू जीडीपी रेशियो है, आप हैरान होंगे ये जान के कि फॉरेन कंट्रीज की तरफ जो हमारा डेट है वो सिर्फ 20% ऑफ जीडीपी है, यानी कि मोटा मोटा इस टाइम पे $620 बिलियन है बस। और इसमें से $620 बिलियन में से प्रेजेंट गवर्नमेंट ने, मैं मोदी गवर्नमेंट नहीं बोल रहा ताकि आप सारे वो पॉलिटिकली मत ले जाएं, प्रेजेंट गवर्नमेंट ने वर्ल्ड बैंक का सारा डेट उतार दिया है, जीरो कर दिया है। अब पॉइंट नंबर 3, चांदी साहब इसको ध्यान से समझना। हम जब लोन लेते हैं बैंक से, ये सोच के लेते हैं कि अगर इस लोन के इंटरेस्ट से ज्यादा अगर मैं इस पैसे को कहीं ऐसी जगह इन्वेस्ट कर दूं जिससे मेरे को रिटर्न ज्यादा आ जाए, इसको मैं बोलता हूं रिटर्न ऑन इन्वेस्टमेंट, कॉस्ट ऑफ डेट से ज्यादा हो जाए तो मेरे को प्रॉफिटेबिलिटी है। तो इंडिया में जो हमारा कॉस्ट ऑफ डेट है उससे ज्यादा हमारा रिटर्न ऑन इन्वेस्टमेंट है। इसलिए अगर हिंदुस्तान डेट अगर बढ़ा भी रहा है फिर भी हम पॉजिटिव प्रॉफिटेबिलिटी कमा रहे हैं। क्यों? क्योंकि हिंदुस्तान को या तो अपना पैसा लाना पड़ेगा, हिंदुस्तान का अपना पैसा है नहीं, क्योंकि हमारा बजट डेफिसिट का है। बजट डेफिसिट के कारण हमें क्या लेना पड़ेगा? लोन लेना पड़ेगा। मगर इसमें भी बड़ा स्मार्ट चलो गल मैंने लगता कि गल लंबी हमने बाहर से लोन नहीं लिया, हमने हिंदुस्तान से लिया। ठीक है, कबर साहब ਦਾ ਕੋਈ ਪੁਆਇੰਟ ਸੀਗਾ, ਉਸ ਤੋਂ ਬਾਅਦ ਫਿਰ ਮੈਂ ਚਰਚਾ ਨੂੰ ਖਤਮ ਕਰਨਾ ਚਾਹੁੰਦਾ। ਨਹੀਂ, ਗੱਲ ਲੰਬੀ ਤੁਰਦੀ ਜਾ ਰਹੀ ਹੈ। ਗੱਲ 2000 ਦੇ ਨੋਟ ਤੋਂ ਸ਼ੁਰੂ ਹੋਈ ਸੀ, 2 ਲੱਖ ਕਰੋੜ ਦੀ ਇਕਨੋਮੀ ਤੱਕ ਚਲੀ ਗਈ। आज इकोनॉमिक्स की बातें हो गई है जी इसी कमर जी। देखो ਧਾਲੀਵਾਲ ਸਾਹਿਬ, ਸਿਰਫ ਇਕਨੋਮਿਕਸ ਦੀਆਂ ਗੱਲਾਂ ਨਹੀਂ ਹੋਈਆਂ। ਅੱਜ ਮੈਂ ਸਮਝਦਾ ਤੁਸੀਂ ਜਿਨ੍ਹਾਂ ਨੂੰ ਬੁਲਾਇਆ ਇਹ ਸਿਰਫ ਇਕਨੋਮਿਕਸ ਦੇ ਐਕਸਪਰਟ ਨਹੀਂ ਹੈ, ਬਲਕਿ ਇਹ ਹੋਮ ਤੇ ਫੋਰਨ ਅਫੇਅਰਸ ਦੇ ਵੀ ਐਕਸਪਰਟ ਨਿਕਲੇ ਨੇ। ਜਿਹੜੀਆਂ ਇਹਨਾਂ ਨੇ ਗੱਲਾਂ ਸੁਣਾਈਆਂ ਤੇ ਬੜੀਆਂ ਹਾਈਪੋਥੈਟੀਕਲ ਗੱਲਾਂ ਇਹਨਾਂ ਨੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦੀਆਂ। ਇੱਕ ਮੋਦੀ ਸਾਹਿਬ ਵਾਂਗੂ ਮਲਟੀ ਟੈਲੈਂਟਡ ਪਰਸਨੈਲਿਟੀ ਮੈਨੂੰ ਲੱਗੇ। ਤੇ ਗੱਲ ਇਹ ਹੈ ਕਿ ਵੀ ਸਿਰਫ ਇੱਕ ਲਫ਼ਜ਼ ਨਹੀਂ ਇਹਨਾਂ ਨੇ ਵਰਤਿਆ ਵੀ ਅੱਛੇ ਦਿਨ ਆने वाले हैं, ਉਹ ਕਿ ਰਹਿ ਗਿਆ। ਬਾਕੀ ਸਾਰਾ ਕੁਝ ਤੇ ਉਹੀ ਸਮਾਨ ਸੀ ਜਿਹੜਾ। ਚਲੋ ਕਪੂਰ ਸਾਹਿਬ ਦਾ ਕਮੈਂਟ ਹੈ ਕੋਈ? ਕਪੂਰ ਸਾਹਿਬ ਦਾ ਅਖੀਰ ਦੇ ਵਿੱਚ। ਹਾਂਜੀ ਕਪੂਰ ਸਾਹਿਬ, मैं इस बारे ज्यादा कुछ कहना भी नहीं चाहता। कपूर साहब, मैं तो ये एक्सपेक्ट कर रहा था कमर साहब कि आप थोड़ा एप्रिशिएट कर देंगे। ਧਾਲੀਵਾਲ ਜੀ, ਚੁੱਕ ਸਾਹਿਬ ਨੇ ਬਹੁਤ ਅੱਛੇ ਢੰਗ ਦੇ ਨਾਲ ਸਾਰੇ ਮੈਟਰਸ ਨੂੰ ਐਕਸਪਲੇਨ ਕਰ ਦਿੱਤਾ ਹੈਗਾ ਤੇ ਬੋਲਣ ਲਈ ਕੁਝ ਨਹੀਂ ਬਣਿਆ। ਮੈਂ ਤੇ ਸਿਰਫ ਬਾਕੀ ਓਪੋਜੀਸ਼ਨ ਪਾਰਟੀਆਂ ਨੂੰ ਇੱਕੋ ਹੀ ਹੱਥ ਜੋੜ ਕੇ ਪ੍ਰਾਰਥਨਾ ਕਰਨਾ ਕਿ ਐਵੇਂ ਹੀ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਜਿਹੜਾ 2000 ਰੁਪਏ ਦਾ ਨੋਟ ਵਾਪਸ ਆਰਬੀਆਈ ਲੈਂਦਾ ਪਿਆ, ਇਹਦਾ ਪੈਨਿਕ ਨਾ ਫੈਲਾਣ। ਇਹ ਪੈਨਿਕ ਫੈਲਾਣ ਕਾਰਨ ਸਭ ਸੋਸਾਇਟੀ ਨੂੰ ਇੱਕ ਗਲਤ ਨਤੀਜੇ ਭੁਗਤਣੇ ਪੈਣਗੇ, ਐਵੇਂ ਹਫੜਾ ਤਫੜੀ ਪਏਗੀ। ਤੇ ਇਸ ਚੀਜ਼ ਨੂੰ ਅਵੋਇਡ ਕਰਨ। ਇਹ ਇੱਕ ਜਨਰਲ ਰੂਟੀਨ ਪ੍ਰੋਸੀਜਰ ਹੈਗਾ। 4.5 ਮਹੀਨੇ ਦਾ ਟਾਈਮ ਹਲੇ ਲੋਕਾਂ ਕੋਲ ਪਿਆ। ਆਰਾਮ ਦੇ ਨਾਲ ਕਰੰਸੀ ਨੂੰ ਰਿਪਲੇਸ ਕੀਤਾ ਜਾ ਸਕਦਾ ਹੈ। ਨਾ ਦਾ ਕੋਈ ਬਿਜ਼ਨਸ ਤੇ ਇਫੈਕਟ ਆਣਾ ਹੈ, ਨਾ। ਨਹੀਂ ਕਪੂਰ ਸਾਹਿਬ, ਗੱਲ ਉਹ ਨਹੀਂ ਹੈਗੀ ਇਫੈਕਟ ਦੀ ਨਹੀਂ। ਕਪੂਰ ਸਾਹਿਬ, ਗੱਲ ਇਹ ਹੈ, ਕਪੂਰ ਸਾਹਿਬ ਨਾਲ ਮੈਂ ਥੋੜਾ ਜਿਹਾ ਸੰਵਾਦ ਕਰ ਲਾਂ। ਮੇਰੀ ਬੇਨਤੀ ਹੈ, ਮੇਰੇ ਭਰਾ ਨੇ, ਮੇਰਾ ਇਹਨਾਂ ਨਾਲ ਗੱਲ ਕਰਨ ਦਾ ਬੜਾ ਦਿਲ ਹੈ, ਮੇਰਾ ਬੜਾ ਮਨ ਹੈ। ਮੈਂ ਕਪੂਰ ਸਾਹਿਬ ਨਾਲ ਜਿਹੜਾ ਗੱਲ ਕਰਾਂ, ਮੇਰੇ ਭਰਾ ਨੇ ਬੜੀ ਦੇਰ ਬਾਅਦ ਮਿਲੇ ਨੇ। ਮੈਂ ਇੰਨੀ ਦੇਰ ਤੇ ਬੋਲਿਆ ਹੀ ਨਹੀਂ ਹੈਗਾ। ਮੈਂ ਤਾਂ ਤੁਹਾਨੂੰ ਹੀ ਟਾਈਮ ਦਿੱਤਾ ਹੈਗਾ। ਤੁਸੀਂ ਗੱਲ ਆਪਣੀ ਕਲੈਰੀਫਿਕੇਸ਼ਨ ਲੈ ਲਓ ਐਕਸਪਰਟ ਤੋਂ। ਮੈਂ ਸਿਰਫ ਕਹਿ ਰਿਹਾ ਵਾਂ ਕਿ ਸਟੇਟਮੈਂਟ ਇਹੋ ਜਿਹੀਆਂ ਦੇ ਕੇ ਪੈਨਿਕ ਨਾ ਫੈਲਾਓ। ਕੋਈ ਪੈਨਿਕ ਵਾਲੀ ਗੱਲ ਨਹੀਂ ਹੈਗੀ। ਜੇ 2000 ਰੁਪਏ ਦਾ ਨੋਟ ਵਿਡਰਾ ਹੋਇਆ ਵਾ, ਉਹਦੇ ਚ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈਗੀ। ਆਸਾਨੀ ਨਾਲ ਹੈ ਜਿਹੜਾ 10% ਸਿਰਫ ਕਰੰਸੀ ਜਿਹੜੀ ਸਰਕੂਲੇਸ਼ਨ ਚ ਹੈ ਇਜ਼ੀਲੀ ਰਿਪਲੇਸ ਹੋ ਜਾਣੀ ਹੈ। ਤੇ ਐਵੇਂ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਨਾ ਕਰੀਏ, ਉਹ ਠੀਕ ਨਹੀਂ ਹੈਗਾ। ਮੈਂ ਤਾਂ ਸਿਰਫ ਤੁਹਾਡੇ ਸਭ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ। ਮੈਂ ਕਪੂਰ ਸਾਹਿਬ ਨੂੰ ਇੱਕ ਗੱਲ ਦੱਸ ਦਿਆਂ ਕਿ ਦੇਖੋ 2000 ਦਾ ਨੋਟ ਜਿਹੜਾ ਬੰਦ ਹੋ ਰਿਹਾ, ਇਹਦੇ ਵਿੱਚ ਘਬਰਾਹਟ ਵਾਲੀ ਕੋਈ ਗੱਲ ਨਹੀਂ, ਲੇਕਿਨ ਜਿਸ ਕਾਰਨ ਬੰਦ ਹੋ ਰਿਹਾ ਹੈ ਉਹ ਜ਼ਰੂਰ ਘਬਰਾਹਟ ਦਾ ਵਿਸ਼ਾ ਹੈ। ਔਰ ਦੂਸਰੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਸਾਰੀ ਪ੍ਰੈਕਟਿਸ ਚੱਲ ਰਹੀ ਹੈ, ਜਿਹੜੀ ਇਹ ਐਕਸਰਸਾਈਜ਼ ਹੋ ਰਹੀ ਹੈ, ਇਹ ਜਿਹੜੀ ਅਨਨੈਸੈਸਰਲੀ ਐਕਸਰਸਾਈਜ਼ ਅਸੀਂ ਕਰ ਰਹੇ ਹਾਂ, ਇਹਦੀ ਬਜਾਏ ਜਿਹੜੀ ਸਰਕਾਰੀ ਮਸ਼ੀਨਰੀ ਹੈ, ਜਿਹੜੀ ਸਾਡੀ ਸਮਰੱਥਾ ਹੈ, ਜਿਹੜੀ ਤਾਕਤ ਹੈ, ਜਿਹੜਾ ਸਾਡਾ ਸਾਰਾ ਇਨਫਰਾਸਟ੍ਰਕਚਰ ਹੈ,
ਉਸ ਨੂੰ ਕਿਸੇ ਉਸਾਰੂ ਕੰਮ ਤੇ ਵੀ ਲਗਾਇਆ ਜਾ ਸਕਦਾ ਸੀ। ਜਦ ਕਿ ਇਹ ਜਿਹੜੇ ਗੈਰ ਜ਼ਰੂਰੀ ਕੰਮ ਸਾਨੂੰ ਕਰਨੇ ਤਾਂ ਪੈ ਰਹੇ ਨੇ ਕਿਉਂਕਿ ਪਹਿਲਾਂ ਜਿਹੜੇ ਅਸੀਂ ਚੰਗੇ ਡਿਸੀਜਨ ਨਹੀਂ ਲਏ, ਪਹਿਲਾਂ ਜਿਹੜੇ ਗਲਤ ਡਿਸੀਜਨ ਹੋਏ ਆ ਉਸ ਨੂੰ ਕਲੀਨ ਅਪ ਕਰਨ ਲਈ, ਜਿਹੜੀ ਕਲੀਨ ਅਪ ਵਾਲੀ ਗੱਲ ਹੈ ਉਹ ਆਹ ਹੈ ਕਿ ਪਹਿਲਾਂ ਜਿਹੜੇ ਗਲਤ ਡਿਸੀਜਨ ਹੋਏ ਆ ਉਸ ਨੂੰ ਕਿਤੇ ਨਾ ਕਿਤੇ ਦਰੁਸਤ ਕਰਨ ਦੇ ਲਈ ਇਹ ਪ੍ਰੈਕਟਿਸ ਕੀਤੀ ਜਾ ਰਹੀ ਹੈ। ਮੈਂ ਸਮਝਦਾ ਇਹ ਨਾ ਕੀਤੀ ਜਾਂਦੀ, ਇਹਦੀ ਥਾਂ ਤੇ ਕੋਈ ਉਸਾਰੂ ਕੰਮ ਕੀਤਾ ਜਾਂਦਾ ਜਿਹੜਾ ਦੇਸ਼ ਦੇ ਭਲੇ 'ਚ ਹੁੰਦਾ, ਜਿਹੜਾ ਦੇਸ਼ ਦੇ ਲੋਕਾਂ ਦੇ ਭਲੇ 'ਚ ਹੁੰਦਾ, ਤਾਂ ਉਹ ਜ਼ਿਆਦਾ ਬਿਹਤਰ ਹੁੰਦਾ। ਠੀਕ ਹੈ ਜੀ, ਤੁਸੀਂ ਸਮਾਂ ਕੱਢਿਆ ਇਸ ਮੁੱਦੇ ਦੇ ਉੱਤੇ ਚਰਚਾ ਕੀਤੀ। ਮੈਂ ਹੁਣ ਇੱਥੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ।